ਸੁਨ ਮਨ ਅਕਥ ਕਥਾ ਹਰ ਨਾਮ। ਗੁਰ ਮੂਰਤ ਕਰ ਧਿਆਨ, ਸਦਾ ਹਜੂਰ ਹੈ। ਗੁਰਮੁਖ ਸ਼ਬਦ ਗਿਆਨ, ਨੇੜ ਨਾ ਦੂਰ ਹੈ। ਗੁਰ ਮੂਰਤ ਕਰ ਧਿਆਨ, ਸਦਾ ਹਜੂਰ ਹੈ। ਗੁਰਮੁਖ ਸ਼ਬਦ ਗਿਆਨ, ਨੇੜ ਨਾ ਦੂਰ ਹੈ। ਪੂਰਬ ਲਿਖਤ ਨਿਸ਼ਾਨ, ਕਰਮ ਅੰਕੁਰ ਹੈ। ਗੁਰ ਸੇਵਾ ਪ੍ਰਧਾਨ, ਸੇਵਕ ਸੂਰ ਹੈ। ਪੂਰਨ ਪਰਮ ਨਿਧਾਨ, ਸਦਾ ਭਰਪੂਰ ਹੈ। ਸਾਧ ਸੰਗਤ ਅਸਥਾਨ, ਜਗ ਮਗ ਨੂਰ ਹੈ। ਲਖ ਲਖ ਸਸੀਅਰ ਭਾਨ, ਕਿਰਨ ਠਰੂਰ ਹੈ। ਲਖ ਲਖ ਵੇਦ ਪੁਰਾਨ, ਕੀਰਤਨ ਚੂਰ ਹੈ। ਭਗਤ ਵਛਲ ਪਰਵਾਣ, ਚਰਣਾ ਧੂੜ ਹੈ। ਲਖ ਲਖ ਵੇਦ ਪੁਰਾਨ, ਕੀਰਤਨ ਚੂਰ ਹੈ। ਭਗਤ ਵਛਲ ਪਰਵਾਣ, ਚਰਣਾ ਧੂਰ ਹੈ। ਗੁਰ ਮੂਰਤ ਕਰ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜੋ ਕਥਾ ਹੈ, ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਵਾਰਾਂ ਦੇ ਵਿੱਚੋਂ ਤੀਸਰੀ ਵਾਰ ਦੀ 10ਵੀਂ ਪੌੜੀ ਆਰੰਭ ਹੋ ਰਹੀ ਹੈ, ਜਿਸ ਦਾ ਆਪ ਸੰਗਤ ਨੇ ਹੁਣੇ ਮੂਲ ਪਾਠ ਸਰਵਣ ਕੀਤਾ ਹੈ। ਆਓ ਹੁਣ ਕੁਝ ਸਮਾਂ ਆਪਾਂ ਕਥਾ ਵਿਚਾਰਾਂ ਵਿੱਚ ਜੁੜੀਏ, ਜਿਹਦੇ ਨਾਲ ਸਾਡੇ ਅੰਦਰ ਦੀ ਲੱਗੀ ਹੋਈ ਆਉੜ ਖਤਮ ਹੋਵੇ, ਅੰਦਰ ਸਹਿਜ ਧੀਰਜਤਾ ਆਵੇ। ਸਾਰੇ ਗੁਰਸਿੱਖਾਂ ਦਾ ਐਸਾ ਕਥਨ ਹੈ, ਮਹਾਂਪੁਰਖਾਂ ਦਾ, ਕਿ ਜੋ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਹੈ, ਇਹ ਗੁਰਸਿੱਖਾਂ ਨੂੰ ਗੁਰਸਿੱਖੀ ਦੇਣ ਵਾਲੀ ਹੈ, ਗੁਰਸਿੱਖੀ ਦੇ ਵਿੱਚ ਪਰਪੱਕ ਕਰਦੀ ਹੈ। ਇਸ ਕਰਕੇ ਇਹ ਹਰੇਕ ਸਿੱਖ ਦੇ ਲਈ ਪੜ੍ਹਨੀ ਸੁਣਨੀ ਬੜੀ ਜ਼ਰੂਰੀ ਹੈ। ਸਾਨੂੰ ਮਹਾਰਾਜ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਇਸ ਸਮੇਂ ਦਾ ਲਾਭ ਲਈਏ। ਫਰਮਾ ਰਹੇ ਹਨ ਭਾਈ ਗੁਰਦਾਸ ਸਾਹਿਬ ਜੀ, ਗੁਰ ਮੂਰਤ ਕਰ ਧਿਆਨ, ਸਦਾ ਹਜੂਰ ਹੈ। ਇਸ ਪਾਵਨ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਗੁਰੂ ਦੀ ਮੂਰਤੀ ਦਾ ਧਿਆਨ ਕਰਨ ਵਾਲੇ ਗੁਰਸਿੱਖਾਂ ਦੇ ਬਾਰੇ ਕਥਨ ਕਰਦੇ ਹੈ, ਔਰ ਗੁਰਮੁਖਾਂ ਦਾ ਕਹਿ ਲਓ ਇੱਕ ਤਰ੍ਹਾਂ ਦਾ ਜੀਵਨ ਵੀ ਬਿਆਨ ਕਰਦੇ ਹੈ। ਅਤੇ ਸਾਧ ਸੰਗਤ ਦੀ, ਗੁਰਮੁਖਾਂ ਦੀ ਜੋ ਚਰਨ ਧੂੜੀ ਹੈ, ਉਹ ਚਰਨ ਧੂੜੀ ਪ੍ਰਾਪਤ ਕਰਨ ਵਾਲੇ ਕਿਵੇਂ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹੈ, ਉਹਦਾ ਕੁਝ ਇੱਥੇ ਜ਼ਿਕਰ ਕਰ ਰਹੇ ਨੇ। ਸਭ ਤੋਂ ਪਹਿਲਾਂ ਦੱਸਦੇ ਵੀ ਜਿਹੜੇ ਗੁਰਮੁਖ ਜਨ ਹੁੰਦੇ ਨੇ, ਉਹ ਹਮੇਸ਼ਾ ਗੁਰੂ ਮੂਰਤੀ ਦਾ ਧਿਆਨ ਕਰਦੇ ਆ। ਮੂਰਤ ਦਾ ਅਰਥ ਹੈ ਸਰੂਪ। ਮੂਰਤੀ ਦਾ ਅਰਥ ਦੂਸਰਾ ਨਹੀਂ ਕਿ ਜਿਵੇਂ ਮੰਦਰਾਂ ਵਿੱਚ ਪੱਥਰ ਦੀਆਂ ਮੂਰਤੀਆਂ ਲੱਗੀਆਂ ਹੁੰਦੀਆਂ, ਉਹਦਾ ਗੁਰਮਤਿ ਨਾਲ ਕੋਈ ਨਾਤਾ ਨਹੀਂ ਹੈ। ਗੁਰਮਤਿ ਵਿੱਚ ਮਹਾਰਾਜ ਜੀ ਨੇ ਉਹਨਾਂ ਦਾ ਖੰਡਨ ਕੀਤਾ ਹੈ। ਤੋ ਗੁਰੂ ਮੂਰਤ, ਇਹਦੇ ਆਪਾਂ ਦੋ ਭਾਵ ਸਮਝਾਂਗੇ। ਇੱਕ ਤਾਂ ਜਦੋਂ 10 ਗੁਰੂ ਸਾਹਿਬਾਨ ਸਰੀਰ ਕਰਕੇ ਰਹੇ ਹੈ, ਤਕਰੀਬਨ 239 ਸਾਲਾਂ ਤੱਕ
ਤਾਂ ਉਹ 10 ਜੋ ਸਰੂਪ ਮਹਾਰਾਜ ਜੀ ਨੇ ਬੜੇ ਸੋਹਣੇ ਮਨ ਨੂੰ ਮੋਹ ਲੈਣ ਵਾਲੇ ਧਾਰਨ ਕੀਤੇ ਸਨ, ਅਤੇ ਗੁਰਸਿੱਖ ਉਹਨਾਂ ਸਰੂਪਾਂ ਤੋਂ ਵੀ ਬਲਿਹਾਰ ਕੁਰਬਾਨ ਜਾਂਦੇ ਰਹੇ। ਉਹਨਾਂ ਸਰੂਪਾਂ ਦਾ ਵੀ ਆਪਣੇ ਚਿੱਤ ਦੇ ਵਿੱਚ ਧਿਆਨ ਕਰਦੇ ਰਹੇ। ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਭਾਈ ਗੋਂਦੇ ਜੀ ਦੀ ਬੜੀ ਮਹਾਨ ਸਾਖੀ ਆਉਂਦੀ ਹੈ। ਹੋਰ ਵੀ ਗੁਰਸਿੱਖਾਂ ਦੀਆਂ ਬੜੀਆਂ ਸਾਖੀਆਂ ਨੇ। ਭਾਈ ਗੋਂਦਾ ਜੀ ਕਾਬਲ ਵਾਲੇ ਪਾਸੇ ਤੋਂ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਸੇਵਕ ਨੇ ਸਿੱਖੀ ਧਾਰਨ ਕੀਤੀ ਹੈ। ਕੀਰਤਪੁਰ ਸਾਹਿਬ ਆਏ, ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਉਪਦੇਸ਼ ਲਿਆ ਹੈ। ਬਹੁਤ ਸਮਾਂ ਇੱਥੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਸੇਵਾ ਕਰਦਿਆਂ ਕਰਦਿਆਂ ਜਦੋਂ ਭਾਗ ਲੱਗ ਗਏ, ਮਹਾਰਾਜ ਜੀ ਦੀ ਖੁਸ਼ੀ ਹੋਈ। ਸਤਿਗੁਰੂ ਮਹਾਰਾਜ ਨੇ ਆਪਣੇ ਕੋਲੇ ਬੁਲਾਇਆ। ਮਹਾਰਾਜ ਕਹਿੰਦੇ, ਭਾਈ ਗੋਂਦੇ, ਤੇਰੀ ਸੇਵਾ ਸਾਡੇ ਘਰ 'ਚ ਪ੍ਰਵਾਨ ਹੋਈ ਹੈ। ਹੁਣ ਤੂੰ ਜਾ ਕਾਬਲ ਵਾਲੇ ਪਾਸੇ, ਉੱਥੇ ਜਾ ਕੇ ਤੇ ਗੁਰਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਕਰ। ਹੋਰਨਾਂ ਗੁਰਸਿੱਖਾਂ ਨੂੰ ਗੁਰਸਿੱਖੀ ਦੇ ਵਿੱਚ ਦ੍ਰਿੜ ਕਰ। ਬਾਣੀ ਦੇ ਨਾਲ ਜੋੜੋ। ਹੱਥ ਜੋੜੇ ਮਹਾਰਾਜ, ਨਿਤ ਤੁਹਾਡੇ ਦਰਸ਼ਨ ਕਰਕੇ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ, ਜੀਵਨ ਦਾ ਨਿਰਵਾਹ ਚੱਲਦਾ ਹੈ। ਮਹਾਰਾਜ ਕਹਿੰਦੇ, ਕੋਈ ਗੱਲ ਨਹੀਂ, ਤੇਰਾ ਜੋ ਅੰਦਰਲਾ ਆਨੰਦ ਹੈ, ਖੇੜਾ ਹੈ, ਉਹ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ। ਦਰੋਂ ਘਰੋਂ ਬੜੀਆਂ ਖੁਸ਼ੀਆਂ ਦੇ ਕੇ ਮਹਾਰਾਜ ਨੇ ਤੋਰ ਦਿੱਤਾ। ਭਾਈ ਗੋਂਦਾ ਜੀ ਕਾਬਲ ਵਿੱਚ ਚਲੇ ਗਏ ਨੇ। ਕਾਬਲ ਦਾ ਇਲਾਕਾ ਜੋ ਹੁਣ ਅਫਗਾਨਿਸਤਾਨ ਦੇ ਵਿੱਚ ਪੈ ਜਾਂਦਾ, ਉੱਥੇ ਜਾ ਕੇ ਬਹੁਤ ਸਾਰੀਆਂ ਸਿੱਖ ਸੰਗਤਾਂ ਸੀ ਉਸ ਸਮੇਂ। ਉਹਨਾਂ ਸੰਗਤਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿਆ ਕਰਦੇ। ਸੰਗਤ ਲੱਗਦੀ ਅੰਮ੍ਰਿਤ ਵੇਲੇ ਦੇ ਨਾਲ, ਅਤੇ ਸਾਰੇ ਮਾਈ ਭਾਈ ਇਕੱਠੇ ਹੋ ਜਾਂਦੇ ਧਰਮਸ਼ਾਲਾ ਵਿੱਚ। ਅਤੇ ਭਾਈ ਗੋਂਦਾ ਜੀ ਗੁਰੂ ਮਹਾਰਾਜ ਜੀ ਨੇ ਜਿੱਥੇ ਸਾਖੀਆਂ ਸੁਣਾਉਂਦੇ, ਉੱਥੇ ਗੁਰਬਾਣੀ ਦੀ ਵਿਚਾਰ ਵੀ ਨਾਲ ਨਾਲ ਦੱਸਦੇ, ਜਿਸ ਕਰਕੇ ਸਾਰੀਆਂ ਸੰਗਤਾਂ ਮਨ ਵਿੱਚ ਬੜਾ ਚਾਅ ਕਰਦੀਆਂ। ਭਾਈ ਗੋਂਦਾ ਜੀ ਦਾ ਉੱਥੇ ਬੜਾ ਮਾਣ ਸਤਿਕਾਰ ਹੋਇਆ ਕਰਦਾ, ਅਤੇ ਬੜੇ ਪ੍ਰੇਮੀ ਅਤੇ ਬੈਰਾਗੀ ਸਨ ਭਾਈ ਗੋਂਦਾ ਜੀ। ਨਿਤ ਹੀ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਸਵੇਰੇ ਸ਼ਾਮ ਇਕੱਤਰ ਹੁੰਦੀਆਂ ਨੇ, ਦੀਵਾਨ ਸੱਜ ਜਾਂਦੇ ਹੈ, ਨਾਮ ਬਾਣੀ ਦੀਆਂ ਵਾਰਤਾ ਹੁੰਦੀਆਂ। ਉਸ ਸਮੇਂ ਗੁਰਸਿੱਖਾਂ ਦੀ ਸੰਗਤ ਹੀ ਐਸੀ ਸੀ ਭਾਈ। ਅੱਗੇ ਵਾਰ-ਵਾਰ ਦੱਸਣਗੇ ਭਾਈ ਗੁਰਦਾਸ ਸਾਹਿਬ ਜੀ ਕੀ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਸੰਗਤ ਹੈ, ਉਹ ਕੇਵਲ ਅਤੇ ਕੇਵਲ ਅਧਿਆਤਮਿਕਤਾ ਨੂੰ ਸਿੱਧ ਕਰਨ ਵਾਸਤੇ ਹੀ ਇਕੱਠੇ ਹੋਇਆ ਕਰਦੇ ਸੀ, ਕਿ ਸਾਡਾ ਪਰਮਾਰਥ ਸੌਰ ਜਾਵੇ, ਤਾਂ ਕਰਕੇ ਸੰਗਤ ਕੀਤੀ ਜਾਂਦੀ ਸੀ। ਅਤੇ ਕੇਵਲ ਅਤੇ ਕੇਵਲ ਨਿਰੋਲ ਉੱਥੇ ਪਰਮਾਤਮਾ ਦੇ ਨਾਮ ਦੀ ਹੀ ਗੱਲ ਹੁੰਦੀ ਸੀ, ਜਾਂ ਗੁਰੂਆਂ ਦੀ ਵਡਿਆਈ, ਜਾਂ ਨਾਮ ਜਪਣ ਵਾਲਿਆਂ ਦਾ ਜਸ। ਇਹ ਕੁਝ ਸਤ ਸੰਗਤ ਵਿੱਚ ਹੁੰਦਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਹੋਇਆ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਤੋ ਭਾਈ ਗੋਂਦਾ ਜੀ ਇੱਕ ਨਾਮ ਦੀ ਹੀ ਵਿਆਖਿਆ ਕਰਦੇ ਨੇ। ਸੁਣਨ ਵਾਲੇ ਬਹੁਤ ਸਾਰੇ ਗੁਰਸਿੱਖ ਜਗਿਆਸੂ ਜਨ ਬੜੇ ਚਾਅ ਦੇ ਨਾਲ ਭਰੇ ਪਏ ਨੇ। ਸੰਗਤਾਂ ਮਾਇਆ ਇਕੱਠੀਆਂ ਕਰਦੀਆਂ, ਲੰਗਰ ਤਿਆਰ ਹੁੰਦੇ, ਆਏ ਗਏ ਰਾਹੀ ਅਤੇ ਸਿੱਖਾਂ ਨੂੰ ਲੰਗਰ ਛਕਾਏ ਜਾਂਦੇ ਨੇ। ਖੁੱਲ੍ਹੇ ਲੰਗਰ ਉੱਥੇ ਚੱਲਣ ਲੱਗ ਪਏ। ਤੋ ਇੱਕ ਦਿਨ ਦੀ ਵਾਰਤਾ, ਸਾਧ ਸੰਗਤ ਜੀ ਜਦੋਂ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ, ਉੱਧਰ ਭਾਈ ਗੋਂਦਾ ਸਾਹਿਬ ਜੀ ਅੱਜ ਕੋ ਮਨ ਦੇ ਅੰਦਰ ਬਹੁਤਾ ਹੀ ਜ਼ਿਆਦਾ ਪ੍ਰੇਮ ਜਾਗਿਆ। ਇੰਨਾ ਪ੍ਰੇਮ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਥੋਂ ਹੀ ਚਰਨਾਂ ਦਾ ਧਿਆਨ ਧਾਰ ਲਿਆ। ਇੱਧਰ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਦੀਵਾਨਾਂ ਦੀ ਸਮਾਪਤੀ ਹੋਈ ਹੈ। ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਦੇ ਵਿੱਚ ਬਿਰਾਜੇ ਹੋਏ ਨੇ ਤਖਤਾਂ ਦੇ ਉੱਪਰ। ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਨੇ। ਉੱਧਰੋਂ ਭਾਈ ਗੋਂਦਾ ਸਾਹਿਬ ਜੀ ਨੇ ਮਹਾਰਾਜ ਜੀ ਦੇ ਚਰਨ ਘੁੱਟ ਕੇ ਫੜ ਲਏ, ਧਿਆਨ ਦੁਆਰਾ ਹੀ।
ਤੇ ਮਹਾਰਾਜ ਜੀ ਨੇ ਵੀ ਇੱਧਰ ਆਪਣੇ ਚਰਨ ਜਿਹੜੇ ਸੀ ਦੋਨੇ ਇਕੱਠੇ ਜੇ ਕਰ ਲਏ। ਤੇ ਭਾਈ ਗੋਂਦਾ ਜੀ ਦੇ ਮਨ 'ਚ ਇੰਨਾ ਪ੍ਰੇਮ, ਉਹ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਛੱਡਦੇ ਹੀ ਨਹੀਂ। ਐਂ ਘੁੱਟ ਕੇ ਚਰਨ ਮਹਾਰਾਜ ਜੀ ਦੇ ਸੁਰਤ ਦੇ ਨਾਲ ਹੀ ਉੱਥੋਂ ਪਕੜੇ ਹੋਏ ਨੇ। ਦਿਨ ਦਾ ਚੜ੍ਹਾਅ ਹੋਇਆ, ਸੰਗਤਾਂ ਕੁਝ ਜਲ ਪਾਣੀ ਆਦਿਕ ਲੈ ਕੇ ਆਈਆਂ। ਮਹਾਰਾਜ ਜੀ ਉਸੇ ਤਰ੍ਹਾਂ ਹੀ ਪ੍ਰੇਮ ਦੇ ਵਿੱਚ ਨਿਮਗਨ ਹੈ। ਵਾਪਸ ਚਲੀਆਂ ਗਈਆਂ ਸੰਗਤਾਂ। ਇੰਨੇ ਚਿਰ ਨੂੰ ਪ੍ਰਸ਼ਾਦੇ ਦਾ ਸਮਾਂ ਹੋ ਗਿਆ। ਸੰਗਤਾਂ ਪ੍ਰਸ਼ਾਦਾ ਲੈ ਕੇ ਆਈਆਂ ਕਿ ਮਹਾਰਾਜ ਜੀ ਭੋਗ ਲਾਉਣ। ਅਤੇ ਸਤਿਗੁਰੂ ਮਹਾਰਾਜ ਜੀ ਬਸ ਭਾਈ ਗੋਂਦੇ ਦੇ ਪ੍ਰੇਮ ਦੇ ਵਿੱਚ ਉਸੇ ਤਰ੍ਹਾਂ ਹੀ ਇੱਕ ਥਾਂ 'ਤੇ ਬੈਠੇ ਹੋਏ ਨੇਤਰ ਬੰਦ ਨੇ। ਸੰਗਤਾਂ ਮਨ ਵਿੱਚ ਬੜੀਆਂ ਹੈਰਾਨ ਹੋ ਰਹੀਆਂ ਨੇ ਕਿ ਮਹਾਰਾਜ ਜੀ ਅੱਜ ਨੇਤਰ ਕਿਉਂ ਨਹੀਂ ਖੋਲ੍ਹਦੇ ਪਏ। ਲੰਗਰ ਨੂੰ ਭੋਗ ਲਾਉਣ ਤਾਂ ਜੋ ਅਸੀਂ ਲੰਗਰ ਸੰਗਤ ਵਿੱਚ ਵਰਤਾਉਣਾ ਸ਼ੁਰੂ ਕਰੀਏ। ਸਾਰੀ ਸੰਗਤ ਬੈਠੀ, ਹੁਣ ਕਿਹੜਾ ਮਹਾਰਾਜ ਜੀ ਨੂੰ ਜਾ ਕੇ ਹਿਲਾ ਕੇ ਦੱਸੇ। ਬਸ ਚੁੱਪ ਕਰਕੇ ਸੰਗਤ ਵੀ ਬਹਿ ਗਈ। ਦੁਪਹਿਰਾਂ ਪੈ ਗਈਆਂ, ਮਹਾਰਾਜ ਜੀ ਉਸੇ ਤਰ੍ਹਾਂ ਬੈਠੇ। ਕਰਦਿਆਂ ਕਰਦਿਆਂ ਦਿਨ ਢਲਣਾ ਸ਼ੁਰੂ ਹੋ ਗਿਆ। ਉੱਧਰ ਭਾਈ ਗੋਂਦੇ ਦੇ ਸਾਧ ਸੰਗਤ ਜੀ ਇੰਨਾ ਪ੍ਰੇਮ ਕਿ ਮਹਾਰਾਜ ਜੀ ਦੇ ਸਾਰਾ ਦਿਨ ਹੀ ਉਹਨਾਂ ਨੇ ਚਰਨ ਫੜ ਛੱਡੇ। ਅਤੇ ਇੱਧਰ ਜਦੋਂ ਸ਼ਾਮਾਂ ਪਈਆਂ ਅਤੇ ਭਾਈ ਗੋਂਦੇ ਨੇ ਸਾਧ ਸੰਗਤ ਜੀ ਚਰਨਾਂ ਦਾ ਥੋੜ੍ਹਾ ਜਿਹਾ ਧਿਆਨ ਉਹਦਾ ਘਟਿਆ। ਅਤੇ ਇੱਧਰ ਮਹਾਰਾਜ ਨੇ ਫਿਰ ਆਪਣੇ ਚਰਨ ਹਿਲਾਏ। ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਕੀ ਅੱਜ ਕੌਤਕ ਕੀਤਾ, ਆਪ ਜੀ ਸਵੇਰ ਤੋਂ ਬੈਠੇ। ਅਸੀਂ ਬੜਾ ਤੁਹਾਡੇ ਕੋਲੇ ਆ ਕੇ ਬੇਨਤੀਆਂ ਕੀਤੀਆਂ, ਲੰਗਰ ਪਾਣੀ ਲੈ ਕੇ ਆਏ, ਅਤੇ ਆਪ ਜੀ ਨੇ ਅੱਜ ਨੇਤਰ ਨਹੀਂ ਖੋਲ੍ਹੇ। ਆਪਣੇ ਚਰਨ ਘੁੱਟ ਕੇ ਜੇ ਤੁਸੀਂ ਇੱਕੋ ਥਾਂ 'ਤੇ ਬੈਠੇ ਰਹੇ ਹੋ, ਸਾਨੂੰ ਕਿਰਪਾ ਕਰੋ, ਸਤਿਗੁਰੂ ਜੀ ਦੱਸੋ ਇਹ ਕੀ ਕੌਤਕ ਹੈ। ਤਾਂ ਮਹਾਰਾਜ ਨੇ ਕਿਹਾ, ਭਾਈ ਸਾਡਾ ਪ੍ਰੇਮੀ ਇੱਕ ਸਿੱਖ ਹੈ, ਉਹਨੇ ਅੱਜ ਇੰਨਾ ਪ੍ਰੇਮ ਕੀਤਾ, ਸਾਡੇ ਚਰਨ ਘੁੱਟ ਕੇ ਫੜ ਲਏ, ਅਤੇ ਸਾਡਾ ਵੀ ਚੇਤੀ ਨਾ ਕੀਤਾ ਉੱਠਣ ਨੂੰ ਵੀ ਕਿਤੇ ਉਹ ਸਿੱਖ ਦੇ ਧਿਆਨ ਦੇ ਵਿੱਚੋਂ ਸਾਡੇ ਚਰਨ ਨਾ ਕਿਤੇ ਛੁੱਟ ਜਾਣ, ਜਿਹੜਾ ਉਹ ਇੰਨੇ ਪ੍ਰੇਮ ਦੇ ਨਾਲ ਸਾਡੇ ਚਰਨਾਂ ਨੂੰ ਆਪਣੇ ਮਨ 'ਚ ਸੁਰਤ 'ਚ ਵਸਾ ਕੇ ਬੈਠਾ ਹੋਇਆ। ਕਹਿੰਦੇ ਉਸ ਕਰਕੇ ਅਸੀਂ ਭਾਈ ਉਹਦੇ ਪ੍ਰੇਮ ਦੇ ਭਿੱਜੇ ਹੋਇਆਂ ਨੇ ਆਪਣੇ ਚਰਨ ਇੱਥੇ ਹੀ ਟਿਕਾ ਲਏ ਨੇ। ਸੁਣ ਕੇ ਸੰਗਤਾਂ ਬੜੀਆਂ ਹੈਰਾਨ ਵੀ ਹੋਈਆਂ। ਸਮਾਂ ਪਾ ਕੇ ਜਦੋਂ ਭਾਈ ਗੋਂਦਾ ਜੀ ਆਏ, ਸੰਗਤਾਂ ਨੇ ਆਪੋ ਵਿੱਚ ਹੀ ਗੱਲਾਂ ਬਾਤਾਂ ਕੀਤੀਆਂ ਅਤੇ ਪਤਾ ਚੱਲਿਆ ਕਿ ਹਾਂ ਇਸੇ ਤਰ੍ਹਾਂ ਹੋਇਆ ਸੀ ਉੱਥੇ। ਦੋਨਾਂ ਤਰਫੋਂ ਭਾਈ ਸੰਗਤਾਂ ਵਿੱਚ ਵੀ ਬੜਾ ਪ੍ਰੇਮ ਵਧਿਆ। ਤੋ ਇੱਦਾਂ ਇੱਥੇ ਕਹਿ ਰਹੇ ਭਾਈ ਗੁਰਦਾਸ ਸਾਹਿਬ ਜੀ ਕਿ ਗੁਰ ਮੂਰਤ ਕਰ ਧਿਆਨ, ਗੁਰੂ ਦੇ ਸਰੂਪ ਦਾ ਆਪਣੇ ਹਿਰਦੇ ਦੇ ਵਿੱਚ ਧਿਆਨ ਕਰਨਾ ਸਦਾ ਹਜ਼ੂਰ ਹੈ। ਹੁਣ ਕਿਵੇਂ ਸਾਧ ਸੰਗਤ ਜੀ ਧਿਆਨ ਹੋਵੇ, ਤਾਂ ਕਹਿੰਦੇ ਜੇਕਰ ਪ੍ਰਮਾਤਮਾ ਨੂੰ, ਗੁਰੂ ਮਹਾਰਾਜ ਨੂੰ ਸਦਾ ਆਪਾਂ ਆਪਣੇ ਨੇੜੇ ਤੋਂ ਨੇੜੇ ਕਰਕੇ ਜਾਣੀਏ। ਧਿਆਨ ਉਸੇ ਚੀਜ਼ ਦਾ ਹੁੰਦਾ ਹੈ ਨਾ ਜਿਹੜੀ ਚੀਜ਼ ਨੂੰ ਆਪਾਂ ਆਪਣੇ ਨੇੜੇ ਤੋਂ ਨੇੜੇ ਕਰਕੇ ਸਮਝਦੇ ਹਾਂ। ਜਿਹੜੀ ਚੀਜ਼ ਨੂੰ ਅਸੀਂ ਆਪਣੇ ਨੇੜੇ ਸਮਝਦੇ ਨਹੀਂ, ਉਹਦਾ ਕਿੱਥੇ ਸਾਡੇ ਅੰਦਰ ਧਿਆਨ ਜੁੜ ਜਾਵੇਗਾ। ਉਹਦਾ ਕੋਈ ਸਾਡੇ ਮਨ 'ਚ ਖਿਆਲ, ਜਿਹਦਾ ਖਿਆਲ ਹੀ ਕੋਈ ਨਹੀਂ ਹੈ ਅੰਦਰ, ਉੱਥੇ ਕਿਵੇਂ ਸੁਰਤ ਸਾਡੀ ਜੁੜੇਗੀ। ਇਸ ਕਰਕੇ ਜੇ ਗੁਰੂ ਮਹਾਰਾਜ ਜੀ ਦੇ ਸਰੂਪ ਦਾ ਧਿਆਨ ਕਰਨਾ, ਤਾਂ ਪਹਿਲਾਂ ਗੁਰੂ ਮਹਾਰਾਜ ਨੂੰ ਆਪਣੇ ਨੇੜੇ ਤੋਂ ਨੇੜੇ ਕਰਕੇ ਜਾਣਨਾ ਪਵੇਗਾ ਵੀ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਇੱਕ ਤਾਂ ਇਹ ਸੀ ਸੰਗਤ ਜੀ ਪ੍ਰਤੱਖ ਸਰੂਪ ਦਾ ਧਿਆਨ ਜੋ ਉਸ ਸਮੇਂ ਗੁਰਸਿੱਖ ਧਾਰਨ ਕਰਦੇ ਰਹੇ, ਅਤੇ ਜੋ ਇਹ ਉਪਦੇਸ਼ ਹੈ ਗੁਰਬਾਣੀ ਦਾ, ਭਾਈ ਗੁਰਦਾਸ ਜੀ ਦਾ, ਇਹ ਵੀ ਭਾਈ ਹਰ ਸਮਿਆਂ ਦੇ ਲਈ ਹੈ। ਤਾਂ ਫਿਰ ਜੇ ਆਖੀਏ ਜੀ ਹੁਣ ਆਪਾਂ ਗੁਰੂ ਦੇ ਚਰਨਾਂ ਦਾ ਧਿਆਨ ਕਰੀਏ ਅਤੇ ਉਹ ਕਿਵੇਂ ਕਰੀਏ, ਤਾਂ ਉਹਦਾ ਭਾਈ ਗੁਰਬਾਣੀ ਵਿੱਚ ਹੀ ਮਹਾਰਾਜ ਨੇ ਉੱਤਰ ਵੀ ਦਿੱਤਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਹੈ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧੇ ਉਪਾਲ। ਪਰ ਕਹਿੰਦੇ ਜੋ ਗੁਰੂ ਦਾ ਸ਼ਬਦ ਹੈ, ਇਹ ਸ਼ਬਦ ਦਾ ਹੀ ਭਾਈ ਹੁਣ ਧਿਆਨ ਕਰਨਾ ਹੈ। ਅਤੇ ਕਰਨਾ ਕਿਤੇ ਆਪਣੇ ਹਿਰਦੇ ਦੇ ਅੰਦਰ, ਹਿਰਦੇ ਦੇ ਵਿੱਚ ਧਿਆਨ ਧਾਰਨ ਕਰਕੇ ਰੱਖਣਾ ਹੈ। ਗੁਰੂ ਦੇ ਸ਼ਬਦ ਨੂੰ ਜੋ ਆਪਣੇ ਹਿਰਦੇ ਦੇ ਵਿੱਚ ਵਸਾ ਲੈਣਾ, ਇਹ ਗੁਰੂ ਕੇ ਚਰਨਾਂ ਦਾ ਭਾਈ ਧਿਆਨ ਹੈ ਹੁਣ ਦੇ ਸਮੇਂ ਵਿੱਚ। ਇਸ ਕਰਕੇ ਗੁਰਮੂਰਤ ਕਰ ਧਿਆਨ,
ਇਹ ਭਾਈ ਜੋ ਗੁਰੂ ਦੀ ਮੂਰਤੀ ਹੈ, ਗੁਰੂ ਦਾ ਸਰੂਪ ਹੈ, ਸ਼ਬਦ ਹੈ, ਇਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣਾ ਕਰੋ। ਜਿਹੜੇ ਵਸਾ ਲੈਂਦੇ ਹੈ ਉਹਨਾਂ ਨੂੰ ਭਾਈ ਐਸਾ ਅਨੁਭਵ ਹੁੰਦਾ ਕਿ ਪ੍ਰਮਾਤਮਾ ਸਦਾ ਹੀ ਹਜ਼ੂਰ ਹੈ, ਨੇੜੇ ਤੋਂ ਨੇੜੇ ਹੈ। ਕਹੋ ਰਵਿਦਾਸ ਹਾਥ ਪੈ ਨੀਰੈ, ਸਹਜੇ ਹੋਈ ਸੋ ਹੋਈ। ਉਹ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪ੍ਰਮਾਤਮਾ। ਇੱਦਾਂ ਭਾਈ ਉਹਨਾਂ ਦੇ ਮਨ ਦੇ ਅੰਦਰ ਵਿਸ਼ਵਾਸ ਵੱਧ ਜਾਂਦਾ ਹੈ। ਗੁਰਮੁਖ ਸ਼ਬਦ ਗਿਆਨ, ਨੇੜ ਨਾ ਦੂਰ ਹੈ। ਭਾਈ ਗੁਰਮੁਖਾਂ ਦੇ ਮਨ ਦੇ ਅੰਦਰ ਗੁਰੂ ਦੇ ਸ਼ਬਦ ਦੁਆਰਾ ਹੀ ਗਿਆਨ ਹੈ, ਗੁਰੂ ਦੇ ਸ਼ਬਦ ਦਾ ਹੀ ਗਿਆਨ ਹੈ। ਗਿਆਨ ਕੈਸਾ ਹੈ? ਨੇੜ ਨਾ ਦੂਰ ਹੈ। ਇਹ ਗਿਆਨ ਹੈ ਵੀ ਪ੍ਰਮਾਤਮਾ ਨਾ ਤਾਂ ਨੇੜੇ ਹੈ, ਨਾ ਪ੍ਰਮਾਤਮਾ ਦੂਰ ਹੈ। ਆਪਾਂ ਕਹਾਂਗੇ ਜੇ ਹੁਣੇ ਸੁਣਿਆ ਜੀ ਪ੍ਰਮਾਤਮਾ ਨੇੜੇ ਤੋਂ ਨੇੜੇ ਹੈ, ਤੇ ਹੁਣੇ ਅਗਲੀ ਤੁਕ 'ਚ ਕਹਿ ਤਾ ਜੀ ਗੁਰਮੁਖ ਨਾ ਨੇੜੇ ਤੇ ਨਾ ਦੂਰ ਜਾਣਦੇ। ਉਹਨਾਂ ਦੀ ਅਵਸਥਾ ਸੰਗਤ ਜੀ ਇੱਥੇ ਪਹੁੰਚ ਜਾਂਦੀ ਗੁਰਮੁਖਾਂ ਦੀ ਵੀ ਨਾ ਉਹਨਾਂ ਦੇ ਲਈ ਨੇੜੇ ਹੈ ਪ੍ਰਮਾਤਮਾ, ਨਾ ਦੂਰ। ਕਿਉਂਕਿ ਨੇੜੇ ਅਤੇ ਜੋ ਦੂਰ ਹੈ ਨਾ, ਇਹ ਦੋਨੇ ਵੱਖਰੀਆਂ ਚੀਜ਼ਾਂ ਹੁੰਦੀਆਂ ਨੇ, ਇਹਨਾਂ ਦਾ ਫਰਕ ਹੋਇਆ ਕਰਦਾ ਹੈ। ਬਾਬਾ ਕਹਿੰਦੇ ਆਹ ਚੀਜ਼ ਮੇਰੇ ਨੇੜੇ ਹੈ, ਆਹ ਚੀਜ਼ ਮੈਥੋਂ ਦੂਰ ਹੈ। ਨੇੜੇ ਵਾਲੀ ਦਾ ਵੀ ਤਾਂ ਫਰਕ ਹੋ ਗਿਆ ਨਾ, ਪਰੰਤੂ ਗੁਰਮੁਖ ਐਸੀ ਅਵਸਥਾ 'ਚ ਪਹੁੰਚ ਗਏ ਜਿੱਥੇ ਹੁਣ ਫਰਕ ਹੀ ਕੋਈ ਨਹੀਂ ਰਹਿ ਗਿਆ। ਉਹਨਾਂ ਦੀ ਸੁਰਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਰਲ ਗਈ। ਪਰਮਾਤਮਾ ਦੀ ਬੰਦਗੀ ਕਰਦਿਆਂ ਕਰਦਿਆਂ ਪਰਮਾਤਮਾ ਦਾ ਰੂਪ ਹੋ ਗਏ ਨੇ, ਅਤੇ ਹੁਣ ਉਹਨਾਂ ਨੂੰ ਪਰਮਾਤਮਾ ਨੇੜੇ ਦੂਰ ਕਰਕੇ ਨਹੀਂ ਦਿਸਦਾ ਹੈ। ਉਹਨਾਂ ਦੇ ਅੰਦਰ ਆਤਮਾ ਪਰਮਾਤਮਾ ਰੂਪ ਹੋ ਗਈ ਹੁਣ ਤਾਂ। ਐਸਾ ਭਾਈ ਉਹਨਾਂ ਦੇ ਅੰਦਰ ਗਿਆਨ ਹੋਇਆ। ਇਹ ਗਿਆਨ ਹੈ, ਇਹ ਗਿਆਨ ਉਹਨਾਂ ਨੂੰ ਅੰਦਰੋਂ ਪ੍ਰਾਪਤ ਹੋਇਆ ਹੈ। ਗੁਰਮੁਖ ਸ਼ਬਦ ਗਿਆਨ, ਇਹ ਭਾਈ ਗੁਰਮੁਖਾਂ ਨੂੰ ਗੁਰੂ ਦੇ ਸ਼ਬਦ ਦੁਆਰਾ ਅੰਦਰ ਆਤਮਿਕ ਗਿਆਨ ਹੁੰਦਾ ਹੈ, ਅਤੇ ਗੁਰੂ ਦੇ ਸ਼ਬਦ ਤੋਂ ਬਿਨਾਂ ਅੰਦਰ ਗਿਆਨ ਨਹੀਂ ਆਉਂਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਬਿਆਸੈ ਕੋਏ। ਪਰ ਜੀ ਕਹਿੰਦੇ ਹੈ ਕਿ ਇਹ ਮੇਰੇ ਭਾਈ ਗੁਰੂ ਤੋਂ ਬਿਨਾਂ ਅੰਦਰ ਗਿਆਨ ਨਹੀਂ ਹੋ ਸਕਦਾ ਹੈ। ਚਾਹੇ ਕਿਸੇ ਸ਼ੇਸ਼ਨਾਗ ਜਿਹੜਾ ਮੰਨਿਆ ਵੱਡਾ ਇੱਕ ਤਰ੍ਹਾਂ ਦਾ ਦੇਵਤਾ, ਪੁੱਛੋ ਬ੍ਰਹਮੇ ਨਾਰਦੇ ਵੇਦ ਬਿਆਸੈ ਕੋਏ। ਬ੍ਰਹਮੇ ਨੂੰ ਪੁੱਛ ਲਓ, ਫਿਰ ਇਸੇ ਤਰ੍ਹਾਂ ਨਾਰਦ ਮੁਨੀ ਨੂੰ ਕੋਈ ਪੁੱਛ ਲਓ, ਜਾਂ ਵਿਆਸ ਜੀ ਨੂੰ ਕੋਈ ਪੁੱਛ ਲਓ। ਤੂੰ ਸਵਾਲ ਕਰੀਏ ਜੀ ਉਹਨਾਂ ਨੂੰ ਕਿਵੇਂ ਪੁੱਛੀਏ, ਇਹ ਤਾਂ ਕਿਤੇ ਪੁਰਾਣੇ ਯੁੱਗਾਂ ਦੇ ਕਿਤੇ ਹੋਏ ਨੇ, ਹੁਣ ਤਾਂ ਹੈ ਨਹੀਂ ਇਹ। ਤਾਂ ਇਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਭਾਈ ਉਹ ਤਾਂ ਹਨ, ਬ੍ਰਹਮਾ ਦੇ ਵੇਦ ਪਏ ਹੈ, ਉਹਨਾਂ ਨੂੰ ਪੜ੍ਹ ਕੇ ਦੇਖ ਲਓ। ਅਤੇ ਜਿਹੜਾ ਨਾਰਦ ਮੁਨੀ ਹੈ, ਇਹਨਾਂ ਦਾ ਇੱਕ ਪੰਚਰਾਤਰ ਗ੍ਰੰਥ ਸੀ ਕਹਿੰਦੇ ਛਪਿਆ ਹੋਇਆ, ਮਿਲ ਜਾਂਦਾ ਹੈ। ਉਹਦੇ ਵਿੱਚ ਵੀ ਭਗਤੀ ਦੀ ਬਾਬਤ ਇਹਨਾਂ ਨੇ ਕਥਨ ਕੀਤਾ ਹੈ। ਫਿਰ ਵੇਦ ਵਿਆਸ ਜਿਹੜੇ ਹੋਏ, ਜਿਨ੍ਹਾਂ ਨੇ ਵੇਦਾਂ ਦਾ ਟੀਕਾ ਕੀਤਾ ਹੋਇਆ, ਪੁਰਾਣ ਆਦਿਕ ਲਿਖੇ ਹੈ, ਅਤੇ ਉਹਨਾਂ ਨੂੰ ਪੜ੍ਹ ਕੇ ਦੇਖ ਲਓ। ਤੋ ਕਹਿੰਦੇ ਜਿਨ੍ਹਾਂ ਨੂੰ ਮਰਜ਼ੀ ਪੁੱਛ ਕੇ ਦੇਖ ਲਓ ਭਾਈ, ਗੱਲ ਇਹੀ ਨਿਖੜਦੀ ਹੈ ਕਿ ਗੁਰੂ ਤੋਂ ਬਿਨਾਂ ਅੰਦਰ ਗਿਆਨ ਨਹੀਂ ਹੋ ਸਕਦਾ ਹੈ। ਗਿਆਨ ਗੁਰੂ ਹੀ ਦਿੰਦਾ ਹੈ। ਪੂਰੇ ਗੁਰੂ ਤੋਂ ਪੂਰਾ ਗਿਆਨ, ਅਧੂਰੇ ਗੁਰੂ ਤੋਂ ਅਧੂਰਾ ਗਿਆਨ, ਇਹ ਵੀ ਫਰਕ ਹੈ। ਜਿਹੜਾ ਅਧੂਰਾ ਗੁਰੂ ਹੈ ਉਹਨੇ ਅਧੂਰਾ ਹੀ ਗਿਆਨ ਕਰਾਉਣਾ ਹੈ। ਜਿਹੜਾ ਪੂਰਾ ਗੁਰੂ ਹੈ ਉਹ ਹੀ ਪੂਰਾ ਗਿਆਨ ਕਰਵਾ ਸਕਦਾ। ਜਿਵੇਂ ਕਹਿ ਲਓ ਸਾਧ ਸੰਗਤ ਜੀ, ਇੱਕ ਬੰਦਾ ਜੋ ਰਸਤਾ ਅਜੇ ਪੂਰਾ ਜਾਣਦਾ ਨਹੀਂ ਹੈ, ਕਿਸੇ ਨੇ ਉਹਨੂੰ ਪੁੱਛਿਆ ਭਾਈ ਅਸੀਂ ਆਹ ਇੱਥੇ ਜਾਣਾ, ਰਸਤਾ ਕਿਹੜਾ? ਉਹ ਦੱਸੇਗਾ ਭਾਈ ਆਹ ਰਸਤਾ ਜਾਂਦਾ, ਪਰ ਪੂਰਾ ਨਹੀਂ ਸਮਝਾ ਸਕਦਾ ਕਿ ਕਿੱਥੇ ਹੈ ਪ੍ਰੋਪਰ ਜਿਹੜਾ ਐਡਰੈਸ ਹੈ। ਅਤੇ ਜਿਹੜਾ ਚੰਗਾ ਭੇਤੀ ਹੋਵੇਗਾ ਉਸ ਇਲਾਕੇ ਦਾ, ਉਹ ਹੀ ਸਾਧ ਸੰਗਤ ਜੀ ਦੱਸਦਾ ਹੈ, ਕਹਿੰਦਾ ਹੈ ਕਿ ਹਾਂ ਇੱਧਰ ਇੱਧਰ ਦੀ ਤੈਨੂੰ ਜਾਣਾ ਪਵੇਗਾ, ਤਾਂ ਤੂੰ ਉੱਥੇ ਆਪਣੀ ਮੰਜ਼ਿਲ 'ਤੇ ਬੜੇ ਸੌਖਿਆਂ ਪਹੁੰਚ ਜਾਏਗਾ। ਇਸੇ ਤਰ੍ਹਾਂ ਜਿਸ ਬੰਦੇ ਕੋਲ ਅਧੂਰਾ ਗਿਆਨ ਹੈ, ਜਿਹੜਾ ਆਪੋ ਆਪੀ ਗੁਰੂ ਬਣਿਆ, ਅਤੇ ਉਹਦੇ ਕੋਲੋਂ ਜਿਹੜੇ ਲੈਣ ਵਾਲੇ ਗਿਆਨ ਸਿੱਖ ਆਏ ਉਹ ਵੀ ਅਧੂਰੇ ਗਿਆਨੀ ਹੀ ਰਹਿ ਜਾਂਦੇ ਨੇ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਹੀ ਪੂਰਨ ਗੁਰੂ ਹਨ, ਜਿਨ੍ਹਾਂ ਦਾ ਹਰ ਸਮੇਂ ਪੂਰਾ ਹੀ ਗਿਆਨ ਹੈ। ਔਰ ਇਹ ਜਿਹੜਾ ਗਿਆਨ ਹੈ ਭਾਈ, ਇਹੀ ਗੁਰਸਿੱਖ ਦੀ ਸਿੱਖ ਦੀ ਕਲਿਆਣ ਕਰਦਾ ਹੈ। ਤੋ ਇੱਥੇ ਦੱਸ ਰਹੇ ਗੁਰਮੁਖ ਸ਼ਬਦ ਗਿਆਨ,
ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਸ਼ਬਦ ਦੁਆਰਾ ਅੰਦਰ ਗਿਆਨ ਪ੍ਰਾਪਤ ਕਰਦੇ ਆ। ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੂੰ ਅੰਦਰ ਆਤਮਿਕ ਗਿਆਨ ਪ੍ਰਾਪਤ ਹੋਇਆ ਹੈ, ਜਾਂ ਸ਼ਬਦ ਗੁਰੂ ਤੋਂ ਹੀ ਉਹਨਾਂ ਨੂੰ ਭਾਈ ਗਿਆਨ ਮਿਲਿਆ ਹੈ, ਜਿਸ ਕਰਕੇ ਪਰਮਾਤਮਾ ਉਹਨਾਂ ਨੂੰ ਆਪਣਾ ਆਤਮਾ ਰੂਪ ਕਰਕੇ ਨਿਸ਼ਚੈ ਹੋ ਗਿਆ ਕਿ ਨਾ ਨੇੜੇ ਹੈ ਤੇ ਨਾ ਹੀ ਦੂਰ ਹੈ। ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ। ਲਿਖੇ ਹੋਏ ਕਰਮਾਂ ਦੇ ਕਰ ਕੀ ਪ੍ਰਾਪਤ ਹੁੰਦਾ? ਇਹ ਕਰਮ ਹੀ ਅੰਕੁਰ ਦੀ ਨਿਆਈ ਹਨ। ਜਿਵੇਂ ਬਾਣੀ 'ਚ ਮਹਾਰਾਜ ਕਹਿੰਦੇ ਨਾ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਇਹ ਕਰਮਾਂ ਦਾ ਅੰਕੁਰ ਜਦੋਂ ਨਿਕਲਦਾ ਹੈ, ਭਾਵ ਚੰਗਾ ਕਰਮ ਕੋਈ ਸਾਡਾ ਸਾਹਮਣੇ ਆ ਜਾਵੇ, ਤਾਂ ਇਹ ਪੂਰਬ ਦੇ ਲਿਖਤ ਦੇ ਲਿਖੇ ਹੋਏ ਨਿਸ਼ਾਨ ਫਿਰ ਪ੍ਰਗਟ ਹੋ ਜਾਂਦੇ ਨੇ। ਜਿਵੇਂ ਕਹਿ ਲਓ ਜ਼ਮੀਨ ਵਿੱਚ ਬੱਤਰ ਜ਼ਮੀਨ ਹੈ, ਬੀਜ ਬੀਜਿਆ ਹੈ, ਰੁੱਤ ਆ ਗਈ ਉਹਦੀ, ਅਤੇ ਉਹ ਜਿਹੜਾ ਬੀਜ ਹੈ ਧਰਤੀ ਨੂੰ ਪਾੜ ਕੇ ਵਿੱਚੋਂ ਨਿਕਲ ਆਉਂਦਾ, ਨਿੱਕਾ ਜਿਹਾ ਅੰਕੁਰ ਨਿਕਲਦਾ ਹੈ ਪਹਿਲਾਂ, ਕਰੂੰਬਲਾਂ ਜੀਆਂ ਨਿੱਕੀਆਂ ਨਿੱਕੀਆਂ। ਕਹਿੰਦੇ ਇਸੇ ਤਰ੍ਹਾਂ ਜੋ ਇਹ ਗੁਰਸਿੱਖਾਂ ਨੂੰ ਐਸਾ ਅਨੁਭਵ ਹੋਇਆ, ਉਹ ਗੁਰੂ ਮੂਰਤੀ ਦਾ ਧਿਆਨ ਕਰਦੇ ਹੈ, ਸ਼ਬਦ ਦੁਆਰਾ ਹੀ ਗਿਆਨ ਅੰਦਰ ਪ੍ਰਾਪਤ ਕਰਦੇ ਨੇ। ਉਹ ਗੁਰਮੁਖਾਂ ਦਾ ਕੋਈ ਪਿਛਲਾ ਪੂਰਬਲਾ ਕਰਮ ਐਸਾ ਜਾਗਿਆ, ਜਿਸ ਕਰਮ ਦੇ ਕਰਕੇ ਉਹਨਾਂ ਦੇ ਮੱਥੇ 'ਤੇ ਇਹ ਲੇਖ ਪੈ ਗਿਆ ਕਿ ਤੁਸੀਂ ਹੀ ਪੂਰੇ ਗੁਰੂ ਦੇ ਸਿੱਖ ਬਣਨਾ ਹੈ ਅਤੇ ਪੂਰੇ ਗੁਰੂ ਦੇ ਸ਼ਬਦ ਦਾ ਧਿਆਨ ਕਰਨਾ ਹੈ, ਸ਼ਬਦ ਦੁਆਰਾ ਹੀ ਅੰਦਰ ਗਿਆਨ ਪ੍ਰਾਪਤ ਕਰਨਾ ਹੈ। ਐਸੀ ਭਾਈ ਉਹਨਾਂ ਦੇ ਉੱਤੇ ਕਿਰਪਾ ਵਰਤੀ ਹੈ। ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ। ਅਤੇ ਉਹ ਫਿਰ ਗੁਰਮੁਖ ਪਿਆਰੇ ਜਿਹੜੇ ਹਰ ਸਮੇਂ ਗੁਰੂ ਘਰ ਦੀ ਸੇਵਾ ਕਰਦੇ ਰਹਿੰਦੇ। ਅਤੇ ਮਹਾਰਾਜ ਕਹਿੰਦੇ ਭਾਈ ਗੁਰਦਾਸ ਸਾਹਿਬ ਜੀ ਵੀ ਗੁਰੂ ਦੀ ਜਿਹੜੀ ਸੇਵਾ ਹੈ ਇਹ ਪ੍ਰਧਾਨ ਹੈ, ਭਾਵ ਸ਼੍ਰੋਮਣੀ ਹੈ, ਸਭ ਤੋਂ ਸ਼੍ਰੇਸ਼ਠ ਹੈ। ਅਤੇ ਜਿਹੜੇ ਸੇਵਾ ਕਰਨ ਵਾਲੇ ਹੈ ਉਹ ਸੂਰਮੇ ਨੇ, ਯੋਧੇ ਨੇ, ਜਾਂ ਸੂਰਜ ਦੀ ਨਿਆਈ ਪ੍ਰਕਾਸ਼ ਰੂਪ ਨੇ, ਜਾਂ ਉਹਨਾਂ ਦੇ ਅੰਦਰ ਗਿਆਨ ਦਾ ਸੂਰਜ ਹਮੇਸ਼ਾ ਚੜ੍ਹਿਆ ਰਹਿੰਦਾ ਹੈ। ਗੁਰ ਸੇਵਾ ਪ੍ਰਧਾਨ। ਸੇਵਾ ਸਾਧ ਸੰਗਤ ਜੀ ਕਈ ਤਰ੍ਹਾਂ ਦੀ ਹੈ, ਪਰ ਸਾਰੀਆਂ ਸੇਵਾਵਾਂ ਦੇ ਵਿੱਚੋਂ ਗੁਰੂ ਦੀ ਜਿਹੜੀ ਸੇਵਾ ਹੈ ਉਹ ਸਭ ਤੋਂ ਸ਼੍ਰੇਸ਼ਠ ਮੰਨੀ ਗਈ ਹੈ। ਸਮਾਜਿਕ ਸੇਵਾ ਹੈ, ਬੰਦੇ ਬਹੁਤ ਸਾਰੇ ਸਮਾਜ ਦੀ ਸੇਵਾ ਵੀ ਕਰਦੇ ਹੈ। ਕੋਈ ਅਨੇਕਾਂ ਤਰ੍ਹਾਂ ਕਰਕੇ ਸੇਵਾ ਕਰਦਾ ਹੈ, ਕੋਈ ਕਿਸੇ ਤਰ੍ਹਾਂ ਕਰਕੇ ਸੇਵਾ ਕਰਦਾ ਹੈ, ਪਰੰਤੂ ਜੋ ਗੁਰੂ ਦੀ ਸੇਵਾ ਹੈ ਇਹ ਸਾਰੀਆਂ ਸੇਵਾ ਤੋਂ ਸ਼੍ਰੇਸ਼ਠ ਹੈ। ਪਹਿਲੀ ਬਾਤ ਤਾਂ ਇਹ ਹੈ, ਜਿਵੇਂ ਮਹਾਰਾਜ ਕਹਿੰਦੇ ਕਿ ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਪਹਿਲੀ ਗੱਲ ਤਾਂ ਇਹ ਕਿ ਸੇਵਾ ਕਰਨੀ ਗੁਰੂ ਦੀ ਬੜੀ ਔਖੀ ਹੈ, ਪਰ ਹੈ ਇਹ ਸ਼੍ਰੇਸ਼ਠ ਸੁੱਖ। ਜੋ ਬ੍ਰਹਮ ਗਿਆਨ ਦਾ ਜਾਂ ਬ੍ਰਹਮਾਨੰਦ ਦਾ ਸੁੱਖ ਹੈ ਉਹ ਸੇਵਾ ਹੀ ਦੇਣੇ ਵਾਲੀ ਹੈ, ਅਤੇ ਗੁਰੂ ਦੀ ਸੇਵਾ ਪ੍ਰਧਾਨ ਹੈ, ਸਭ ਤੋਂ ਸ਼੍ਰੇਸ਼ਠ ਹੈ। ਇਸੇ ਕਰਕੇ ਜੋ ਗੁਰੂ ਕੇ ਸਿੱਖ ਹੈ ਉਹ ਗੁਰੂ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ। ਜਿਵੇਂ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਸਾਖੀਆਂ, ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਸਾਖੀਆਂ ਬੇਅੰਤ ਪਈਆਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਸਾਧ ਸੰਗਤ ਜੀ 12 ਸਾਲ ਗਾਗਰ ਢੋਣ ਦੀ ਸੇਵਾ ਕੀਤੀ। ਜਲ ਲੈ ਕੇ ਆਉਂਦੇ ਅੰਮ੍ਰਿਤ ਵੇਲੇ ਦੇ ਨਾਲ, ਪਹਿਲਾਂ ਤਾਂ ਗੁਰੂ ਮਹਾਰਾਜ ਜੀ ਦਾ ਇਸ਼ਨਾਨ ਕਰਾਉਂਦੇ, ਫਿਰ ਜਲ ਲਿਆ ਕੇ ਲੰਗਰਾਂ ਦੇ ਵਿੱਚ ਸਾਧ ਸੰਗਤ ਜੀ ਵਰਤਾਉਂਦੇ ਨੇ। ਸਾਰੀ ਦਿਹਾੜੀ ਗੁਰੂ ਘਰ ਦੀ ਸੇਵਾ ਉੱਥੇ ਕਰਦੇ ਰਹਿੰਦੇ ਨੇ ਖਡੂਰ ਸਾਹਿਬ ਵਿਖੇ। ਅਤੇ ਫਿਰ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਦੇ ਅੱਗੇ ਗੁਰੂ ਰਾਮਦਾਸ ਮਹਾਰਾਜ, ਅਤੇ ਉਹਨਾਂ ਦੀ ਜਿਹੜੀ ਸੇਵਾ ਹੈ ਉਹ ਵੀ ਬੜੀ ਮਹਾਨ ਸੇਵਾ। ਆਪਾਂ ਸਾਖੀ ਸੁਣੀ ਕਿ ਜਿਵੇਂ ਜਦੋਂ ਬੌਲੀ ਸਾਹਿਬ ਜੀ ਦੀ ਸੇਵਾ ਮਹਾਰਾਜ ਜੀ ਕਰਵਾ ਰਹੇ ਨੇ, ਉੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਲੱਗੀਆਂ ਨੇ ਸੇਵਾ ਵਿੱਚ ਆ ਕੇ। ਕਿਤੇ ਕਾਬਲ ਤੋਂ ਮਾਈ ਸੇਵਾ ਵੀ ਆਉਂਦੀ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਉੱਥੇ ਟੋਕਰੀ ਢੋ ਰਹੀਆਂ ਨੇ। ਉਹਨਾਂ ਟੋਕਰੀ ਢੋਣ ਵਾਲਿਆਂ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਵੀ ਨੇ। ਉਹ ਵੀ ਸਾਧ ਸੰਗਤ ਜੀ ਟੋਕਰੀ 'ਚ ਮਿੱਟੀ ਭਰਦੇ ਹੈ ਅਤੇ ਬਾਹਰ ਕੱਢ ਕੇ ਸੁੱਟ ਕੇ ਆਉਂਦੇ ਹੈ।
ਹੋਇਆ ਕੀ ਕਿ ਉਸ ਸਮੇਂ ਜੋ ਲਾਹੌਰ ਦੇ ਵਿੱਚ ਮਹਾਰਾਜ ਜੀ ਦੇ ਚਾਚੇ ਤਾਏ ਰਹਿੰਦੇ ਸਨ ਉੱਥੇ, ਤੇ ਉਹ ਕਿਤੇ ਯਾਤਰਾ 'ਤੇ ਚੱਲੇ ਸੀ ਅਤੇ ਇੱਧਰੋਂ ਲੰਘ ਰਹੇ ਸਨ ਗੋਇੰਦਵਾਲ ਸਾਹਿਬ ਥਾਣੀ। ਜਦੋਂ ਗੋਇੰਦਵਾਲ ਸਾਹਿਬ ਆਏ ਅਤੇ ਮਨ 'ਚ ਸੋਚਿਆ ਕਿ ਜੀ ਇੱਥੇ ਸਾਡਾ ਭਤੀਜਾ ਹੈ ਰਾਮਦਾਸ, ਅਤੇ ਅਸੀਂ ਸੁਣਿਆ ਕਿ ਉਹਦਾ ਇੱਥੇ ਹੀ ਵਿਆਹ ਕੀਤਾ ਗੁਰੂ ਅਮਰਦਾਸ ਜੀ ਨੇ, ਅਤੇ ਇੱਥੇ ਘਰ ਜਵਾਈ ਬਣ ਕੇ ਰਹਿੰਦਾ। ਭਲਾ ਵੇਖੀਏ ਸਹੀ ਉਹਦੀ ਕੀ ਹਾਲਤ ਬਣੀ ਹੋਈ ਹੈ। ਛੋਟਾ ਹੁੰਦਾ ਤਾਂ ਯਤੀਮ ਹੋ ਗਿਆ ਸੀ, ਉੱਥੇ ਘੁੰਗਣੀਆਂ ਵੇਚਿਆ ਕਰਦਾ ਸੀ ਲਾਹੌਰ, ਤਾਨੇ ਮਿਹਣੇ ਜੇ ਮਾਰਦੇ ਸੀ ਸਾਰੇ ਲੋਕ। ਹੁਣ ਇੱਥੇ ਵੇਖਦੇ ਉਹਦਾ ਕੀ ਬਣਿਆ, ਕੁਝ ਘਰ-ਬਾਰ ਬਣਾਇਆ, ਕਿਸੇ ਕੰਮੇ ਕਾਰੇ ਲੱਗਾ ਕਿ ਜਾਂ ਨਹੀਂ ਅਜੇ। ਇਹ ਵਿਚਾਰ ਕਰਕੇ ਜਿਹੜੇ ਕੁਝ ਸ਼ਰੀਕ ਸਨ ਸੰਗਤ ਜੀ ਆ ਗਏ ਗੋਇੰਦਵਾਲ ਸਾਹਿਬ। ਕੀ ਦੇਖਦੇ ਹੈ? ਪੁੱਛਿਆ ਜੀ ਵੀ ਲਾਹੌਰ ਤੋਂ ਰਾਮਦਾਸ ਜੀ ਜਿਹੜੇ ਨੇ ਇੱਥੇ ਗੁਰੂ ਘਰ 'ਚ ਜਿਨ੍ਹਾਂ ਦਾ ਵਿਆਹ ਹੋਇਆ ਹੈ, ਅਤੇ ਉਹ ਕਿਤੇ ਨੇ ਮਿਲਣਗੇ ਸਾਨੂੰ। ਇਸ਼ਾਰਾ ਕੀਤਾ ਸਾਹਮਣੇ ਸੰਗਤ ਨੇ। ਉਹ ਕੀ ਕਰਦੇ ਸਾਧ ਸੰਗਤ ਜੀ, ਉਸ ਸਮੇਂ ਮਹਾਰਾਜ ਟੋਕਰੀ ਦੇ ਵਿੱਚ ਮਿੱਟੀ ਪਾ ਕੇ ਅਤੇ ਲੈ ਕੇ ਜਾ ਰਹੇ ਨੇ, ਅਤੇ ਜਿਹੜਾ ਲਿਬਾਸ ਪਹਿਨਿਆ ਹੋਇਆ ਉਹਦੇ 'ਤੇ ਵੀ ਕੁਝ ਮਿੱਟੀ ਪਈ ਹੋਈ ਹੈ, ਅਤੇ ਸਿਰ 'ਤੇ ਦਮਾਲਾ ਜਿਹੜਾ ਸਜਾਇਆ ਹੈ ਉਹਦੇ ਉੱਤੇ ਵੀ ਮਿੱਟੀ ਪਈ ਹੋਈ ਹੈ। ਇੱਦਾਂ ਸਾਰਾ ਦਾੜਾ ਆਦਿਕ ਚਿਹਰਾ ਵੀ ਮਿੱਟੀ ਦੇ ਨਾਲ ਕੁਝ ਕੁ ਸੰਗਤ ਜੀ ਭਰਿਆ। ਮਿੱਟੀ ਦਾ ਕੰਮ ਕਰਨਾ ਅਤੇ ਸੁਭਾਵਿਕ ਮਿੱਟੀ ਤਾਂ ਪੈਣੀ ਸਰੀਰ 'ਤੇ। ਇਹ ਵੇਖ ਕੇ ਅਤੇ ਜਿਹੜੇ ਮਹਾਰਾਜ ਜੀ ਦੇ ਚਾਚੇ ਤਾਏ ਆਦਿਕ ਰਿਸ਼ਤੇਦਾਰ ਹੈ ਉਹ ਬੜਾ ਬੁਰਾ ਭਲਾ ਬੋਲਣ ਲੱਗੇ ਉੱਥੇ। ਕਹਿਣ ਲੱਗੇ, ਉਹ ਰਾਮਦਾਸ ਤੂੰ ਤਾਂ ਸਾਡਾ ਨਾਮ ਮਿੱਟੀ 'ਚ ਮਿਲਾ ਦਿੱਤਾ ਹੈ। ਅਸੀਂ ਸੁਣਿਆ ਤੂੰ ਘਰ ਜਵਾਈ ਬਣਿਆ ਅਤੇ ਇੱਥੇ ਚੰਗਾ ਤੂੰ ਵਧੀਆ ਥਾਂ 'ਤੇ ਕੋਈ ਕੰਮਕਾਰ ਕਰਦਾ ਹੋਵੇਗਾ, ਪਰ ਤੂੰ ਤਾਂ ਆਪਣਾ ਇੱਥੇ ਸਹੁਰੇ ਘਰ ਦੇ ਵਿੱਚ ਮਿੱਟੀ ਢੋ ਰਿਹਾ ਹੈ। ਤੂੰ ਤਾਂ ਸਾਡੀ ਵੀ ਕਹਿ ਲਓ ਪੱਟੀ ਮੇਸ ਕਰ ਦਿੱਤੀ ਹੈ, ਸਾਡੀ ਵੀ ਬੇਇੱਜ਼ਤੀ ਕਰਾ ਕੇ ਰੱਖ ਦਿੱਤੀ ਹੈ। ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੂੰ ਸਮਝਾਉਂਦੇ ਆਪਣੇ ਚਾਚੇ ਤਾਇਆਂ ਨੂੰ ਕਿ ਨਾ ਤੁਸੀਂ ਐਸਾ ਨਾ ਕਰੋ, ਇਹ ਤਾਂ ਘਰ ਬੜਾ ਉੱਚਾ ਸੁੱਚਾ ਹੈ, ਇੱਥੇ ਤਾਂ ਨਿਮਾਣੇ ਹੋ ਕੇ ਸੇਵਾ ਕਰੀ ਦੀ ਹੈ, ਇਹ ਤਾਂ ਭਾਗਾਂ ਨਾਲ ਸੇਵਾ ਮਿਲੀ ਹੋਈ ਮੈਨੂੰ। ਪਰ ਉਹ ਦੁਨਿਆਵੀ ਪੱਖ ਨਾਲ ਬਸ ਸੋਚਦੇ ਸੀ। ਕਹਿੰਦੇ ਕਿੱਥੇ ਹੈ ਗੁਰੂ ਅਮਰਦਾਸ ਜੀ, ਅਸੀਂ ਮਿਲਣਾ ਚਾਹੁੰਦੇ ਉਹਨਾਂ ਨੂੰ। ਗੁਰੂ ਰਾਮਦਾਸ ਜੀ ਨੂੰ ਰੋਕਦੇ ਰਹਿ ਗਏ ਪਰ ਉਹ ਰੁਕੇ ਨਾ, ਅਤੇ ਗੁਰੂ ਅਮਰਦਾਸ ਜੀ ਦੇ ਕੋਲੇ ਚਲੇ ਗਏ। ਮੱਥਾ ਟੇਕ ਕੇ ਮਾੜਾ ਮੋਟਾ ਜਿਹਾ ਅਤੇ ਕਹਿਣ ਲੱਗੇ, ਮਹਾਰਾਜ ਚੱਲ ਇਹ ਜਿਹੜਾ ਬੱਚਾ ਸਾਡਾ ਬਚਪਨ 'ਚ ਹੀ ਅਨਾਥ ਹੋ ਗਿਆ ਸੀ, ਇਹਨੂੰ ਨਹੀਂ ਚੱਲ ਉਨੀ ਸਮਝ ਹੈਗੀ, ਪਰ ਆਪ ਤਾਂ ਸਿਆਣੇ ਹੋ, ਤੁਹਾਡੇ ਘਰ ਦੇ ਵਿੱਚ ਇਹ ਜਵਾਈ ਬਣਿਆ ਹੋਇਆ ਹੈ ਅਤੇ ਘਰ ਜਵਾਈਆਂ ਦੇ ਕੋਲੋਂ ਇੱਦਾਂ ਦੇ ਕੰਮ ਕਰਾਈਦੇ ਆ। ਤੁਸੀਂ ਟੋਕਰੀ ਢਵਾ ਰਹੇ ਆ ਇਹਦੇ ਕੋਲੋਂ, ਦੇਖੋ ਕਿੱਦਾਂ ਮਿੱਟੀ ਪਈ ਹੋਈ ਇਹਦੇ ਕੱਪੜਿਆਂ 'ਤੇ। ਗੁਰੂ ਰਾਮਦਾਸ ਮਹਾਰਾਜ ਜੀ ਆ ਕੇ ਨੇੜੇ ਖਲੋ ਗਏ, ਮੱਥਾ ਟੇਕ ਕੇ ਮਹਾਰਾਜ ਨੂੰ। ਉਹਨਾਂ ਨੂੰ ਰੋਕਦੇ ਪਏ ਇਸ਼ਾਰਾ ਕਰ ਕਰਕੇ, ਪਰ ਉਹ ਬੋਲੀ ਜਾ ਰਹੇ ਨੇ। ਅਤੇ ਫਿਰ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀ ਵੱਲ ਕਿ ਮਹਾਰਾਜ ਤੁਸੀਂ ਇਹਨਾਂ ਦੀ ਭੁੱਲ ਨਾ ਚਿਤਾਰਿਓ, ਇਹ ਨਹੀਂ ਜਾਣਦੇ ਹਨ ਆਪ ਜੀ ਦੇ ਬਾਰੇ। ਆਪ ਤਾਂ ਮਹਾਰਾਜ ਤ੍ਰਿਲੋਕੀ ਦੇ ਮਾਲਕ ਹੋ, ਪਰ ਇਹ ਕੁਝ ਦੁਨਿਆਵੀ ਪੱਖ ਨਹੀਂ ਸੋਚੀ ਜਾ ਰਹੇ ਨੇ। ਜਦੋਂ ਬੋਲ ਕੇ ਹਟ ਗਏ ਸਾਧ ਸੰਗਤ ਜੀ, ਤਾਂ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਉਹ ਭਲਿਓ ਕੀ ਤੁਹਾਨੂੰ ਲੱਗ ਰਿਹਾ ਹੈ ਆ ਇਹਦੇ ਸਿਰ ਦੇ ਉੱਤੇ ਟੋਕਰੀ ਹੈ? ਉਹ ਇਹਦੇ ਸਿਰ ਦੇ ਉੱਤੇ ਤਾਂ ਦੀਨ ਦੁਨੀ ਦਾ ਛਤਰ ਝੂਲ ਰਿਹਾ ਹੈ, ਤੁਹਾਨੂੰ ਟੋਕਰੀ ਲੱਗ ਰਹੀ ਹੈ, ਇਹ ਟੋਕਰੀ ਨਹੀਂ ਹੈ। ਅਤੇ ਜਿਹੜੀ ਆ ਤੁਸੀਂ ਕਹਿ ਰਹੇ ਇਹਦੇ ਚੋਲੇ ਦੇ ਉੱਤੇ ਆ ਮਿੱਟੀ ਪਈ ਹੋਈ ਹੈ, ਉਹ ਮਿੱਟੀ ਥੋੜ੍ਹੀ ਹੈ, ਇਹ ਤਾਂ ਗੁਰੂ ਨਾਨਕ ਦੇ ਘਰ ਦਾ ਕੇਸਰ ਇਹਦੇ 'ਤੇ ਛਿੜਕਿਆ ਹੋਇਆ ਹੈ। ਇਤਿਹਾਸ ਦਾ ਜ਼ਿਕਰ ਆਇਆ, ਕਹਿੰਦੇ ਕਿ ਉਹ ਉਸੇ ਸਮੇਂ ਜਿਹੜੀ ਮਿੱਟੀ ਸੀ ਨਾ ਕੇਸਰ ਵਰਗੀ ਹੋ ਵੀ ਗਈ ਸੀ। ਮਹਾਰਾਜ ਜੀ ਕਹਿਣ ਲੱਗੇ, ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਚੰਗੇ ਭਾਗ, ਤੁਹਾਡੀ ਸੋਢੀਆਂ ਦੀ ਕੁਲ ਦਾ ਨਾਮ ਰੌਸ਼ਨ ਕਰੇਗਾ। ਤੁਹਾਡੀ ਸੋਢੀਆਂ ਦੀ ਕੁਲ ਜਿਹੜੀ ਸੀ ਉਹ ਤਾਂ ਹਨੇਰੇ ਦੇ ਵਿੱਚ ਗਰਕ ਹੁੰਦੀ ਜਾ ਰਹੀ ਸੀ, ਇਹ ਤੁਹਾਡੀ ਕੁਲ ਦੇ ਵਿੱਚ ਸੂਰਜ ਵਾਂਗ ਪ੍ਰਕਾਸ਼ ਕਰੇਗਾ। ਤੁਹਾਡੀ ਕੁਲ ਦੁਨੀਆ ਦੇ ਵਿੱਚ ਸਤਿਕਾਰੀ ਜਾਵੇਗੀ, ਤੁਹਾਨੂੰ ਸਾਰੀ ਕੁਲ ਨੂੰ ਮਾਣ ਹੋਵੇਗਾ, ਸੋਢੀ ਕੁਲ ਨੂੰ। ਇੱਦਾਂ ਮਹਾਰਾਜ ਨੇ ਉੱਥੇ ਸਾਧ ਸੰਗਤ ਜੀ ਬਚਨ ਕਹੇ ਸਨ।
ਫਿਰ ਉਹ ਮੱਥਾ ਟੇਕ ਕੇ ਚਲੇ ਗਏ ਸੀ। ਸਮਾਂ ਪਾ ਕੇ ਤੇ ਫਿਰ ਉਹੀ ਗੁਰੂ ਰਾਮਦਾਸ ਮਹਾਰਾਜ ਇੰਨੀ ਸੇਵਾ, ਅਣਥੱਕ ਸੇਵਾ ਕਰਦੇ ਰਹੇ। ਅਖੀਰ ਇੱਕ ਘੜੀ ਇਹੋ ਜਿਹੀ ਵੀ ਆਈ ਜਦੋਂ ਪ੍ਰੀਖਿਆ ਲਈ ਮਹਾਰਾਜ ਜੀ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਆ ਗਏ, ਬੌਲੀ ਸਾਹਿਬ ਬਣ ਗਈ, ਸੰਗਤਾਂ ਆਉਂਦੀਆਂ ਇਸ਼ਨਾਨ ਕਰਦੀਆਂ ਨੇ, ਅਤੇ ਮਹਾਰਾਜ ਜੀ ਨੇ ਆ ਕੇ ਕਿਹਾ, ਸਤਿਗੁਰੂ ਜੀ ਕਹਿੰਦੇ ਜੀ ਸਾਡੇ ਮਨ ਦੀ ਇੱਛਾ ਕਿ ਬੌਲੀ ਦੇ ਬਾਹਰ ਥੜਾ ਬਣਾ ਕੇ ਤੇ ਥੜੇ 'ਤੇ ਬੈਠਿਆ ਕਰੀਏ। ਅਤੇ ਮਹਾਰਾਜ ਜੀ ਦੇ ਦੋ ਸਾਧ ਸੰਗਤ ਜੀ ਜਵਾਈ ਸਨ, ਅਤੇ ਇੱਕ ਤਾਂ ਗੁਰੂ ਰਾਮਦਾਸ ਮਹਾਰਾਜ ਜੀ, ਦੂਜਿਆਂ ਦਾ ਨਾਮ ਭਾਈ ਰਾਮਾ ਜੀ ਕਰਕੇ ਸੀ। ਉਹ ਬੀਬੀ ਦਾਨੀ ਜੀ ਨਾਲ ਵਿਆਹੇ ਹੋਏ ਸਨ। ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਹੋਏ ਸਨ। ਅਤੇ ਮਹਾਰਾਜ ਜੀ ਨੇ ਉਸ ਸਮੇਂ ਬਾਕੀ ਤਾਂ ਕਿਸੇ ਨੂੰ ਨਾ ਕਿਹਾ, ਅਤੇ ਆਪਣੇ ਦੋਨੇ ਇਹਨਾਂ ਜਵਾਈਆਂ ਨੂੰ ਕਿਹਾ। ਮਹਾਰਾਜ ਕਹਿੰਦੇ ਕਿ ਤੁਸੀਂ ਹੀ ਇਹ ਸੇਵਾ ਕਰਨੀ ਹੈ, ਕਿਉਂਕਿ ਸੰਗਤਾਂ ਦੇ ਵਿੱਚ ਐਸੀ ਵਿਚਾਰ ਹੋ ਰਹੀ ਸੀ ਕਿ ਮਹਾਰਾਜ ਜੀ ਨੇ ਜਦੋਂ ਭਾਣਾ ਵਰਤਾਉਣਾ ਅਤੇ ਅੱਗੇ ਹੁਣ ਗੁਰੂ ਕੌਣ ਬਣੇਗਾ, ਕਿਉਂਕਿ ਦੋਨੇ ਹੀ ਮਹਾਰਾਜ ਜੀ ਦੇ ਜਿਹੜੇ ਜਵਾਈ ਨੇ ਬੜੀ ਸੇਵਾ ਕਰਦੇ ਹੈ। ਇਹ ਬੜੇ ਸਾਰੀ ਸੰਗਤ ਵਿੱਚ ਮਾਣ ਖੱਟਦੇ ਹੈ। ਹੋ ਸਕਦਾ ਇਹਨਾਂ ਨੂੰ ਕਿਸੇ ਨੂੰ ਦੇ ਦੇਣ ਗੁਰਤਾ ਗੱਦੀ, ਹੋ ਸਕਦਾ ਪੁੱਤਰਾਂ ਨੂੰ ਦੇ ਦੇਣ ਗੁਰਤਾ ਗੱਦੀ, ਇੱਦਾਂ ਕੁਝ ਮਨ 'ਚ ਖਿਆਲ ਕਰਦੇ ਸੀ। ਅਤੇ ਮਹਾਰਾਜ ਨੇ ਉਹ ਸੰਗਤਾਂ ਦੇ ਮਨ ਦਾ ਵੀ ਖਿਆਲ ਜਿਹਾ ਸਹੀ ਕਰਨ ਵਾਸਤੇ ਕੌਤਕ ਕੀਤਾ। ਸਤਿਗੁਰੂ ਜੀ ਕਹਿੰਦੇ ਜੀ ਇਹ ਥੜਾ ਬਣਾਓ ਅਤੇ ਅਸੀਂ ਸ਼ਾਮ ਨੂੰ ਆ ਕੇ ਦੇਖਾਂਗੇ, ਜਿਹਦਾ ਥੜਾ ਸਾਨੂੰ ਪਸੰਦ ਆ ਗਿਆ ਉਹ ਥੜਾ ਰੱਖਾਂਗੇ, ਦੂਜਾ ਢਵਾ ਦਿਆਂਗੇ। ਹੱਥ ਜੋੜੇ ਮਹਾਰਾਜ ਜਿਵੇਂ ਆਪ ਜੀ ਦਾ ਹੁਕਮ। ਦੋਨਾਂ ਨੇ ਬੜੇ ਪਿਆਰ ਦੇ ਨਾਲ ਸਾਰਾ ਦਿਨ ਸੇਵਾ ਕੀਤੀ, ਥੜਾ ਬਣਾਇਆ। ਸ਼ਾਮਾਂ ਪਈਆਂ, ਮਹਾਰਾਜ ਜੀ ਆਏ। ਆਉਂਦਿਆਂ ਸਾਰ ਵੇਖ ਕੇ ਤੇ ਮਹਾਰਾਜ ਕਹਿੰਦੇ ਆਹ ਕੀ ਕੀਤਾ ਤੁਸੀਂ ਭਾਈ, ਤੁਹਾਨੂੰ ਥੜਾ ਬਣਾਉਣ ਨੂੰ ਕਿਹਾ ਸੀ, ਥੋੜ੍ਹਾ ਸੋਹਣਾ ਜਿਹਾ ਤਾਂ ਬਣਾਉਂਦੇ, ਉੱਤੇ ਬੈਠੇ ਹੋਏ ਫੱਬੀਏ ਤਾਂ ਸਹੀ, ਆਹ ਕੀ ਚੀਜ਼ ਬਣਾ ਦਿੱਤੀ ਤੁਸੀਂ। ਕੀ ਆਖਣਗੇ ਲੋਕ ਵੀ ਜੇ ਗੁਰੂ ਦਾ ਥੜਾ ਹੀ ਵਿੰਗਾ ਅਤੇ ਗੁਰੂ ਕਿੱਦਾਂ ਦਾ ਹੋਏਗਾ, ਤੁਸੀਂ ਸਾਡਾ ਅਪਮਾਨ ਕਰਾਉਣਾ ਚਾਹੁੰਦੇ ਆ। ਹੱਥ ਜੋੜ ਲਏ ਦੋਨਾਂ ਨੇ, ਮਹਾਰਾਜ क्षमा ਕਰਿਓ ਜੀ, ਗਲਤੀ ਹੋ ਗਈ। ਪਰ ਕਹਿੰਦੇ ਢਾਓ ਇਹਨੂੰ, ਥੜਿਆਂ ਨੂੰ ਢਵਾ ਦਿੱਤੇ। ਕੱਲ੍ਹ ਨੂੰ ਫੇਰ ਬਣਾਓ, ਖਿਆਲ ਰੱਖੋ ਕੱਲ੍ਹ ਨੂੰ ਸਹੀ ਬਣਨ, ਅਸੀਂ ਆ ਕੇ ਬੈਠਣਾ ਹੈ। ਕਹਿੰਦੇ ਜੀ ਮਹਾਰਾਜ ਸਤ ਬਚਨ। ਦੂਜਾ ਦਿਨ ਫੇਰ ਸੰਗਤ ਜੀ ਹੋਇਆ, ਸਵੇਰ ਤੋਂ ਲੱਗ ਗਏ ਬਣਾਉਣ। ਬਣਾਉਂਦਿਆਂ ਸਾਰਾ ਦਿਨ ਲੰਘ ਗਿਆ। ਸ਼ਾਮਾਂ ਪਈਆਂ, ਮਹਾਰਾਜ ਫਿਰ ਆਏ। ਆ ਕੇ ਫਿਰ ਉਹੀ ਮਹਾਰਾਜ ਜੀ ਨੇ ਕਿਹਾ। ਸਤਿਗੁਰੂ ਜੀ ਕਹਿੰਦੇ ਬੱਚੇ ਤੁਸੀਂ ਸਮਝਦੇ ਕਿਉਂ ਨਹੀਂ ਹੈ, ਤੁਹਾਨੂੰ ਕਿਹਾ ਸੀ ਕਿ ਥੜਾ ਸੋਹਣਾ ਬਣਾਓ ਜਿਹੜਾ ਫੱਬੇ ਵੀ, ਪਰ ਤੁਸੀਂ ਆਹ ਕੀ ਬਣਾਇਆ, ਤੁਹਾਨੂੰ ਥੜੇ ਬਣਾਉਣ ਦੀ ਜਾਚ ਨਹੀਂ ਹੈਗੀ, ਢਾਹ ਦਿਓ ਇਹਨੂੰ। ਜਦੋਂ ਦੂਜੇ ਦਿਨ ਵੀ ਢਾਹ ਦਿੱਤਾ, ਅਤੇ ਉਸ ਸਮੇਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਅਵਸਥਾ ਤਾਂ ਉਸੇ ਤਰ੍ਹਾਂ ਹੀ ਸੀ, ਪਰ ਭਾਈ ਰਾਮਾ ਜੀ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਥੋੜ੍ਹਾ ਜਿਹਾ ਫਰਕ ਪੈ ਗਿਆ। ਉਹਨਾਂ ਦਾ ਅੱਜ ਜੋ ਗੁਰੂ ਮਹਾਰਾਜ ਜੀ ਵੱਲ ਦੇਖਣਾ ਸੀ, ਥੋੜ੍ਹਾ ਜਿਹਾ ਕਿੰਤੂ ਪਰੰਤੂ ਵਿੱਚ ਹੋ ਗਿਆ। ਕਿਉਂਕਿ ਜੇਕਰ ਸੰਗਤ ਜੀ ਸਾਰਾ ਦਿਨ ਕੋਈ ਬੰਦਾ ਬੜੀ ਮਿਹਨਤ ਕਰਕੇ ਕੋਈ ਚੀਜ਼ ਬਣਾਵੇ, ਇੱਕ ਸੈਕਿੰਡ ਵਿੱਚ ਆ ਕੇ ਕਹਿ ਦਿੱਤਾ ਜਾਵੇ ਜੀ ਆਹ ਸਾਡੇ ਪਸੰਦ ਨਹੀਂ ਹੈਗੀ, ਇਹ ਕਿਹਦੀ ਚੀਜ਼ ਲਿਆਂਦੀ ਤੂੰ, ਉਹ ਫਿਰ ਬੰਦੇ ਦਾ ਕਈ ਵਾਰੀ ਮਨ ਟੁੱਟ ਵੀ ਜਾਂਦਾ। ਪਰ ਮਹਾਰਾਜ ਜੀ ਦੇਖਣਾ ਚਾਹੁੰਦੇ ਨੇ ਵੀ ਕਿਹਦਾ ਮਨ ਸਦਾ ਵਾਸਤੇ ਮਜ਼ਬੂਤ ਹੈ। ਹੋਇਆ ਕਿ ਰਾਮਾ ਜੀ ਦੇ ਮਨ 'ਚ ਥੋੜ੍ਹਾ ਜਿਹਾ ਖਿਆਲ ਬਦਲ ਗਿਆ। ਹੁਣ ਅਗਲੇ ਦਿਨ ਥੜਾ ਬਣਾਇਆ ਤਾਂ ਹੈ, ਪਰ ਉਹਨਾਂ ਚਾਅ ਨਹੀਂ ਹੈ ਹੁਣ ਥੜੇ 'ਚ ਬਣਾਉਣ 'ਚ। ਬਣਾ ਦਿੱਤਾ, ਸ਼ਾਮਾਂ ਤੱਕ ਬੜੇ ਸੋਹਣੇ ਥੜੇ ਬਣ ਗਏ। ਮਹਾਰਾਜ ਜੀ ਆਏ, ਆ ਕੇ ਫਿਰ ਕਹਿਣ ਲੱਗੇ ਉਹ ਪੁੱਤਰੋ ਤੁਸੀਂ ਕਿਉਂ ਨਹੀਂ ਸਮਝ ਰਹੇ ਹੋ, ਫਿਰ ਕੋਈ ਰਾਜ ਮਿਸਤਰੀ ਲਿਆਈਏ ਹੁਣ, ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਹੈ ਫਿਰ ਉਹਨਾਂ ਕੋਲ ਬਣਾਈਏ। ਇੰਨਾ ਚਿਰ ਹੋ ਗਿਆ ਤੁਹਾਨੂੰ ਸੇਵਾ ਕਰਦਿਆਂ ਨੂੰ, ਪਰ ਇਹ ਸੇਵਾ ਕਰਦਿਆਂ ਤੁਸੀਂ ਇੱਕ ਥੜਾ ਹੀ ਨਹੀਂ ਬਣਾਉਣਾ ਅਜੇ ਤੱਕ ਸਿੱਖਿਆ ਹੈ, ਕੀ ਕਰੋਗੇ ਗਾਂ ਤੁਸੀਂ। ਸੁਣ ਕੇ ਅਤੇ ਜਦੋਂ ਮਹਾਰਾਜ ਨੇ ਕਿਹਾ ਪਈ ਨੂੰ ਢਾਹ ਦਿਓ ਥੜੇ ਨੂੰ, ਰਾਮਾ ਜੀ ਦਾ ਥੜਾ ਜਦੋਂ ਢਾਉਣ ਲੱਗੇ ਤਾਂ ਰਾਮਾ ਜੀ ਬੋਲ ਪਏ, ਕਹਿਣ ਲੱਗੇ ਮਹਾਰਾਜ ਤੁਹਾਨੂੰ ਹੀ ਚੇਤਾ ਭੁੱਲ ਜਾਂਦਾ ਹੈ, ਤੁਹਾਡੀ ਉਮਰ ਹੁਣ ਬਹੁਤੀ ਹੋ ਗਈ ਹੈ, 100 ਸਾਲਾਂ ਦੇ ਨੇੜੇ ਤੇੜੇ ਉੱਪਰ ਹੀ ਹੋ ਗਈ 100 ਤੋਂ, ਜਿਹਦੇ ਕਰਕੇ ਮਹਾਰਾਜ ਤੁਹਾਨੂੰ ਪਤਾ ਨਹੀਂ ਚੱਲਦਾ ਤੁਸੀਂ ਕਿਹਾ ਕਿ ਕੱਲ੍ਹ ਐਂ ਕਹਿ ਕੇ ਗਏ ਸੀ ਥੜਾ ਬਣਾਇਆ, ਅਸੀਂ ਤਾਂ ਉਸੇ ਤਰ੍ਹਾਂ ਬਣਾਇਆ, ਪਰ ਤੁਸੀਂ ਅੱਜ ਆ ਕੇ ਥੜਾ ਢਾਈ ਜਾ ਰਹੇ ਹੋ 2-3 ਦਿਨ ਹੋ ਗਏ ਲਗਾਤਾਰ।
ਰਾਮਾ ਜੀ ਦੇ ਬੋਲਾਂ ਦੇ ਵਿੱਚ ਕੁਝ ਸਾਧ ਸੰਗਤ ਜੀ ਗੁੱਸਾ ਭਰ ਗਿਆ, ਕੋਈ ਸ਼ੰਕਾ ਹੋ ਗਈ। ਸੁਣ ਕੇ ਫਿਰ ਮਹਾਰਾਜ ਜੀ ਕਹਿੰਦੇ, ਠੀਕ ਹੈ ਭਾਈ, ਜਿਵੇਂ ਤੇਰੀ ਖੁਸ਼ੀ, ਹੁਣ ਤੂੰ ਥੜਾ ਨਹੀਂ ਬਣਾਉਣਾ, ਹੁਣ ਇਹ ਹੀ ਬਣਾਏਗਾ ਥੜਾ। ਅਤੇ ਉਸ ਸਮੇਂ ਰਾਮਾ ਜੀ ਕਹਿੰਦੇ, ਠੀਕ ਹੈ ਜੀ, ਮੇਰਾ ਥੜਾ ਤਾਂ ਇਹਨਾਂ ਨਾਲੋਂ ਵਧੀਆ ਹੀ ਬਣਿਆ ਸੀ, ਉਹ ਤੁਸੀਂ ਢਵਾ ਦਿੱਤਾ ਹੈ। ਫਿਰ ਮਹਾਰਾਜ ਜੀ ਇੱਧਰ ਆਏ ਗੁਰੂ ਰਾਮਦਾਸ ਜੀ ਵਾਲੇ ਪਾਸੇ, ਕਹਿੰਦੇ ਤੂੰ ਵੀ ਇੱਦਾਂ ਹੀ ਹੈ, ਤੈਨੂੰ ਵੀ ਥੜੇ ਬਣਾਉਣ ਦਾ ਇੱਦਾਂ ਕੁ ਪਤਾ ਨਹੀਂ ਚੱਲਿਆ, ਕਿੰਨੇ ਕੁ ਬਚਨ ਸਾਡੇ ਮੋੜੀ ਜਾਏਗਾ, ਢਾ ਦੇ ਇਹਨੂੰ, ਇਹ ਨਹੀਂ ਚੱਜ ਦਾ ਬਣਿਆ, ਦੁਬਾਰਾ ਬਣਾ। ਹੱਥ ਜੋੜੇ ਗੁਰੂ ਰਾਮਦਾਸ ਜੀ ਨੇ, क्षमा ਕਰਿਓ ਮਹਾਰਾਜ, ਮੇਰੇ ਕੋਲ ਇੰਨੀ ਗਲਤੀ ਹੋ ਰਹੀ, ਮੈਂ ਇੰਨਾ ਗਲਤੀਆਂ ਦਾ ਪੁਤਲਾ, ਤੁਹਾਡਾ ਇੱਕ ਬਚਨ ਹੀ ਨਹੀਂ ਮੇਰੇ ਕੋਲੋਂ ਮੰਨਿਆ ਜਾ ਰਿਹਾ ਹੈ। ਮਹਾਰਾਜ ਕਹਿੰਦੇ ਕੱਲ੍ਹ ਨੂੰ ਬਣਾਈ, ਕਹਿੰਦੇ 7 ਬਚਨ। ਅਗਲਾ ਦਿਨ ਹੋਇਆ ਸਾਧ ਸੰਗਤ ਜੀ, ਫਿਰ ਉਸੇ ਤਰ੍ਹਾਂ ਥੜਾ ਬਣਾਇਆ। ਮਹਾਰਾਜ ਜੀ ਨੇ ਆ ਕੇ ਫਿਰ ਨਾ ਪਸੰਦ ਕੀਤਾ, ਕਰਦਿਆਂ ਕਰਾਉਂਦਿਆਂ ਕਹਿੰਦੇ 7 ਦਿਨ ਲਗਾਤਾਰ ਗੁਰੂ ਰਾਮਦਾਸ ਮਹਾਰਾਜ ਜੀ ਥੜਾ ਬਣਾਈ ਗਏ, ਮਹਾਰਾਜ ਜੀ ਢਵਾਈ ਗਏ। 7ਵੇਂ ਦਿਨ ਜਦੋਂ ਆਏ ਤੇ ਮਹਾਰਾਜ ਜੀ ਨੇ ਥੜਾ ਵੇਖ ਕੇ ਤੇ ਕਹਿਣ ਲੱਗੇ, ਰਾਮਦਾਸ ਪੁੱਤਰ, ਤੇ ਇੱਥੋਂ ਤਾਂ ਮੈਨੂੰ ਇਹ ਆਸ ਨਹੀਂ ਸੀ, ਤੂੰ ਅਜੇ ਤੱਕ ਸਾਡਾ ਬਚਨ, ਸਾਡੀ ਰਮਜ ਸਮਝਿਆ ਹੀ ਨਹੀਂ। ਤੈਨੂੰ ਥੜਾ ਕਹਿਆ ਸੀ ਬਣਾਉਣ ਵਾਸਤੇ, ਤੂੰ ਚੱਜ ਦਾ ਬਣਾ ਹੀ ਨਹੀਂ ਰਿਹਾ। ਕਹਿੰਦੇ ਆ 7ਵੇਂ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਨੇ ਹੱਥ ਜੋੜੇ। ਹਾਲਾਂਕਿ ਪਹਿਲਾਂ ਬਹੁਤ ਸਾਰਿਆਂ ਨੇ ਕਹਿ ਵੀ ਦਿੱਤਾ ਕਿ ਹਟ ਜਾਓ, ਇਹ ਤਾਂ ਮਹਾਰਾਜ ਜੀ ਦੀ ਉਮਰ ਵਡੇਰੀ ਹੋ ਗਈ ਹੈ, ਤਾਂ ਪਤਾ ਨਹੀਂ ਚੱਲਦਾ ਹੈ, ਇੱਕੋ ਹੀ ਗੱਲ ਦੁਹਰਾਈ ਜਾ ਰਹੇ ਨੇ, ਤੁਸੀਂ ਤਾਂ ਸਿਆਣੇ ਹੋ ਅਜੇ, ਤੁਸੀਂ ਛੱਡ ਦਿਓ ਇਹਨਾਂ ਨੂੰ, ਰਹਿਣ ਦਿਓ, ਹੋਰ ਕੋਈ ਕੰਮ ਕਾਰ ਕਰ ਲਓ। ਅਤੇ ਗੁਰੂ ਰਾਮਦਾਸ ਜੀ ਉਹਨਾਂ ਨੂੰ ਜਵਾਬ ਪਤਾ ਕੀ ਦਿੰਦੇ? ਉਹ ਕਹਿਣ ਲੱਗੇ ਕਿ ਮੈਂ ਤਾਂ ਸੇਵਕ ਹਾਂ, ਸੇਵਕ ਦਾ ਕੰਮ ਹੈ ਸੇਵਾ ਕਰਨੀ। ਇਹ 2-4 ਦੀ ਕੀ ਗੱਲ ਹੈ, ਜੇਕਰ ਸਾਰੀ ਜ਼ਿੰਦਗੀ ਮੇਰਾ ਗੁਰੂ ਮੈਨੂੰ ਇਹ ਕਹੀ ਜਾਵੇ ਕਿ ਤੂੰ ਥੜੇ ਢਾਈ ਜਾ ਅਤੇ ਬਣਾਈ ਜਾ, ਅਤੇ ਮੈਂ ਸਾਰੀ ਉਮਰ ਉਹੀ ਸੇਵਾ ਕਰਦਾ ਰਹਾਂਗਾ। ਮੇਰਾ ਕੰਮ ਹੈ ਸੇਵਾ ਕਰਨੀ। ਇਹ ਗੁਰੂ ਰਾਮਦਾਸ ਜੀ ਨੇ ਬਚਨ ਕਹਿ ਕੇ ਸੰਗਤਾਂ ਨੂੰ ਤਾਂ ਚੁੱਪ ਕਰਾਤਾ। ਪਰ ਗੁਰੂ ਅਮਰਦਾਸ ਜੀ ਨੇ ਜਦੋਂ ਕਿਹਾ ਕਿ ਬੇਟਾ ਤੂੰ ਆ ਸਾਡੀ ਪਸੰਦ ਦਾ ਥੜਾ ਨਹੀਂ ਬਣਾਇਆ ਹੈ, ਹੁਣ 7ਵੇਂ ਦਿਨ ਫਿਰ ਹੱਥ ਜੁੜ ਗਏ। ਗੁਰੂ ਰਾਮਦਾਸ ਜੀ ਨੇ ਹੱਥ ਜੋੜੇ, ਨੇਤਰਾਂ ਵਿੱਚ ਜਲ ਆ ਗਿਆ। ਕਹਿਣ ਲੱਗੇ, ਮਹਾਰਾਜ ਮੈਨੂੰ क्षमा ਕਰੋ, ਮੈਂ ਇੰਨਾ ਔਗਣਹਾਰ ਹਾਂ, ਤੁਹਾਡਾ ਇੱਕ ਬਚਨ ਮੈਂ ਵਾਰ-ਵਾਰ ਬਦਲੀ ਜਾ ਰਿਹਾ। ਮੈਨੂੰ ਤਾਂ ਮਹਾਰਾਜ ਤੁਹਾਡੇ ਬਚਨ ਕਹਿਣ ਤੋਂ ਪਹਿਲਾਂ ਹੀ ਮੰਨ ਜਾਣੀ ਚਾਹੀਦੀ। ਅਸਲ ਵਿੱਚ ਸੇਵਕ ਤਾਂ ਉਹੀ ਹੈ ਨਾ, ਜਿਹੜਾ ਹਰ ਸਮੇਂ ਗੁਰੂ ਦੀ ਆਗਿਆ ਦਾ ਪਾਲਣ ਕਰੇ, ਗੁਰੂ ਦੇ ਮੁਖੋਂ ਬਚਨ ਬਾਅਦ 'ਚ ਨਿਕਲੇ, ਸਿੱਖ ਪਹਿਲਾਂ ਪੂਰਾ ਕਰਨ ਦੀ ਕੋਸ਼ਿਸ਼ ਕਰੇ। ਪਰ ਮਹਾਰਾਜ ਅੱਜ 7 ਦਿਨ ਹੋ ਗਏ ਆਪ ਜੀ ਨੂੰ ਕਹਿੰਦਿਆਂ ਮੈਂ ਇੰਨੀ ਗਲਤੀ ਕਰੀ ਜਾ ਰਿਹਾ, ਤੁਹਾਡੇ ਕਹਿਣੀ 'ਚ ਨਹੀਂ ਆ ਰਿਹਾ ਹਾਂ, ਮੈਨੂੰ ਮਹਾਰਾਜ क्षमा ਕਰ ਦਿਓ, क्षमा ਕਰ ਦਿਓ। ਇੱਦਾਂ ਪ੍ਰੇਮ ਦੇ ਵਿੱਚ ਜਦੋਂ ਬਚਨ ਕਹੇ ਮਹਾਰਾਜ, ਬਾਕੀ ਆਪ ਜੀ ਦੀ ਜੋ ਮਰਜ਼ੀ ਹੈ, ਉਹ ਮਰਜ਼ੀ ਦੇ ਲਈ ਤਾਂ ਜੇਕਰ ਦੇਵਤਿਆਂ ਦਾ ਜਿਹੜਾ ਕਾਰੀਗਰ ਹੈ ਉਹ ਵੀ ਸੱਦ ਲਿਆ ਜਾਵੇ ਅਤੇ ਉਹਦੇ ਕੋਲੋਂ ਵੀ ਨਹੀਂ ਮਹਾਰਾਜ ਇਹ ਬਣ ਸਕਦੇ ਨੇ, ਜਿਹੋ ਜੀ ਤੁਹਾਡੀ ਖੁਸ਼ੀ ਹੈ। ਮੈਂ ਦਾਸ ਤਾਂ ਆਪ ਜੀ ਦੇ ਬਚਨਾਂ ਦੀ ਪਾਲਣਾ ਕਰਦਾ ਹਾਂ। ਸਤਿਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਜੀ ਦੇ ਐਸੇ ਪ੍ਰੇਮ ਭਰੇ ਵਿਰਾਗ ਵਾਲੇ ਬੋਲ ਸੁਣ ਕੇ ਵੀ ਰੱਤੀ ਮਾਤਰ ਵੀ ਕੋਈ ਅੰਦਰ ਅਹੰਕਾਰ ਨਹੀਂ ਹੈ, ਕਿਸੇ ਤਰ੍ਹਾਂ ਕੋਈ ਮਨ 'ਚ ਕ੍ਰੋਧ ਨਹੀਂ ਹੈ, ਮਨ ਢਹਿੰਦੀ ਕਲਾ 'ਚ ਨਹੀਂ ਗਿਆ ਹੈ, ਸਗੋਂ ਚਾਅ ਹੀ ਅੰਦਰ ਚੜ੍ਹਦਾ ਜਾ ਰਿਹਾ। ਮਹਾਰਾਜ ਨੇ ਘੁੱਟ ਕੇ ਗੱਲ ਨਾਲ ਲਾ ਲਿਆ। ਮਹਾਰਾਜ ਕਹਿੰਦੇ, ਥੜੇ ਤੋਂ ਤਾਂ ਆਪਾਂ ਕੀ ਲੈਣਾ, ਇੱਥੇ ਤਾਂ ਬੈਠਣਾ ਹੀ ਸੀ। ਅਸਲ 'ਚ ਤਾਂ ਮੈਂ ਅੰਦਰ ਤੁਹਾਡਾ ਪਰਖ ਰਿਹਾ ਸੀ ਵੀ ਤੁਹਾਡਾ ਅੰਦਰ ਅਜੇ ਤੱਕ ਕੀ ਹੈ, ਵੀ ਅੰਦਰ ਤੁਹਾਡਾ ਥੜਾ ਬਣਿਆ ਕਿ ਨਹੀਂ ਬਣਿਆ, ਅੰਦਰ ਕੁਝ ਟਿਕਾ ਹੋਇਆ ਕਿ ਨਹੀਂ ਹੋਇਆ। ਬਾਹਰ ਦੇ ਟਿਕਾ ਤਾਂ ਬਣਦੇ ਹੀ ਰਹਿੰਦੇ ਨੇ, ਪਰ ਹੁਣ ਮੈਨੂੰ ਪੁੱਤਰ ਖੁਸ਼ੀ ਹੋ ਗਈ ਹੈ ਕਿ ਤੇਰੇ ਜਿੰਨਾ ਟਿਕਾ ਕਿਸੇ ਵਿੱਚ ਨਹੀਂ ਹੈ, ਔਰ ਤੇਰੀ ਜਿਹੜੀ ਅੱਗੇ ਅੰਸ ਬੰਸ ਵਧਣੀ ਹੈ, ਉਹਦੇ ਜਿੰਨਾ ਵੀ ਟਿਕਾ ਹੋਰ ਕਿਤੇ ਨਹੀਂ ਮਿਲੇਗਾ। ਪਤਾ ਸੀ ਕਿ ਗੁਰੂ ਅਰਜਨ ਸਾਹਿਬ ਨੇ ਤਤੀ ਤਵੀ 'ਤੇ ਬੈਠਣਾ, ਇੰਨਾ ਟਿਕਾ। ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿੱਚ ਜਾ ਕੇ ਆਪਣਾ ਸੀਸ ਬਲੀਦਾਨ ਦੇਣਾ, ਏਡਾ ਵੱਡਾ ਟਿਕਾ। ਉਸੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਅੰਸ ਬੰਸ ਦੇ ਵਿੱਚ ਅੱਗੇ ਸਾਹਿਬਜ਼ਾਦੇ ਹੋਏ ਅਤੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖਲੋ ਗਏ ਜਾ ਕੇ, ਇੰਨਾ ਵੱਡਾ ਟਿਕਾ ਰੱਤਾ ਭਰ ਵੀ ਅੰਦਰ ਡੋਲਿਆ ਹੀ ਨਹੀਂ। ਉਹ ਇਹ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਆਪਾਂ ਕਹਿ ਲਈਏ ਬਰਕਤਾਂ ਅੱਗੇ ਵਰਤੀਆਂ ਸਾਰੀਆਂ, ਜੋ ਗੁਰੂ ਅਮਰਦਾਸ ਜੀ ਨੇ ਖੁਸ਼ੀ ਖੁਸ਼ੀ ਦੇ ਨਾਲ ਇਹ ਸਾਰੇ ਵਰ ਦਿੱਤੇ ਸੀ।
ਤੋ ਇੱਥੇ ਕਹਿ ਰਹੇ ਗੁਰ ਸੇਵਾ ਪ੍ਰਧਾਨ। ਗੁਰੂ ਦੀ ਸੇਵਾ ਭਾਈ ਬੜੀ ਪ੍ਰਧਾਨ ਹੈ, ਸ਼੍ਰੇਸ਼ਟ ਹੈ। ਜਿਹੜਾ ਸੇਵਾ ਕਰਦਾ, ਇਹ ਸੇਵਾ ਉਹਨਾਂ ਨੂੰ ਵੀ ਪ੍ਰਧਾਨ ਸ਼੍ਰੇਸ਼ਟ ਬਣਾ ਦਿੰਦੀ ਹੈ। ਤਾਂ ਹੀ ਗੁਰੂ ਰਾਮਦਾਸ ਜੀ ਜਦੋਂ ਗੁਰਤਾ ਗੱਦੀ ਦੇ ਮਾਲਕ ਬਣਦੇ ਹੈ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਮਹਾਰਾਜ ਦੇ ਚਰਨਾਂ 'ਤੇ ਨਤਮਸਤਕ ਹੋ ਰਹੀਆਂ ਨੇ। ਸਿੱਖਾਂ ਨੇ ਕਿਤੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੀ ਇੰਨੀ ਵਡਿਆਈ ਹੋ ਰਹੀ ਹੈ, ਕਿੰਨੇ ਵੱਡੇ ਵੱਡੇ ਅਮੀਰ, ਵਜ਼ੀਰ, ਸ਼ਾਹੂਕਾਰ, ਰਾਜੇ, ਮਹਾਰਾਜੇ ਤੁਹਾਡੇ ਚਰਨਾਂ ਦੇ ਉੱਤੇ ਆ ਕੇ ਡਿੱਗਦੇ ਹੈ। ਮਹਾਰਾਜ ਜੀ ਹਰ ਸਮੇਂ ਵਿਰਾਗ 'ਚ ਰਹਿੰਦੇ ਸਨ। ਗੁਰੂ ਰਾਮਦਾਸ ਜੀ ਵੀ ਸੇਵਾ ਭਾਵਨਾ, ਹਰ ਸਮੇਂ ਸੇਵਾ ਕਰਦੇ ਰਹਿੰਦੇ। ਅਤੇ ਸਤਿਗੁਰੂ ਜੀ ਨੇ ਫਿਰ ਬਚਨ ਕੀਤੇ ਸਨ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ। ਮਹਾਰਾਜ ਕਹਿੰਦੇ, ਗੁਰਸਿੱਖੋ ਸਾਡੀ ਬਾਬਤ ਪੁੱਛਦੇ ਹੋ, ਮੈਂ ਤਾਂ ਛੋਟੀ ਉਮਰੇ ਹੀ ਅਨਾਥ ਹੋ ਗਿਆ ਸਾਂ। 5 ਵਰ੍ਹਿਆਂ ਦਾ ਸਾਂ ਜਦੋਂ ਮੇਰੀ ਮਾਤਾ ਚੜ੍ਹਾਈ ਕਰ ਗਈ। 7 ਕੁ ਵਰ੍ਹਿਆਂ ਦਾ ਸਾਂ ਜਦੋਂ ਮੇਰਾ ਪਿਤਾ ਚੜ੍ਹਾਈ ਕਰ ਗਿਆ। ਚਾਚੇ ਤਾਏ ਆਦਿਕ ਜਿਹੜੇ ਸ਼ਰੀਕੇ ਸਨ, ਕਿਸੇ ਨੇ ਘਰ ਨਾ ਵਾੜਿਆ, ਅੱਗੋਂ ਬੂਹੇ ਬੰਦ ਕਰ ਲੈਂਦੇ ਸਨ। ਮੈਨੂੰ ਕਲਹਿਣਾ ਕਹਿ ਕੇ ਅਤੇ ਆਪਣੇ ਬੱਚੇ ਮੇਰੇ ਕੋਲੋਂ ਪਾਸੇ ਲੈ ਜਾਂਦੇ ਹੁੰਦੇ ਸੀ। ਅਤੇ ਮੇਰੀ ਨਾਨੀ ਨੇ ਮੈਨੂੰ ਫਿਰ ਪਾਲਿਆ, ਛੋਲੇ ਉਬਾਲ ਕੇ ਦੇਣੇ ਕਿ ਪੁੱਤਰਾ ਆ ਲੈ ਅਤੇ ਕੁਝ ਤੂੰ ਵੇਚ ਆ, ਅਤੇ ਆਪਾਂ ਕੁਝ ਪੈਸੇ ਵਟਕ ਮਿਲੇ, ਜਿਹਦੇ ਨਾਲ ਕੋਈ ਰੋਟੀ ਪਾਣੀ ਆਪਾਂ ਦੋਨੇ ਚਲਾ ਲਈਏ। ਅਤੇ ਗੁਰੂ ਰਾਮਦਾਸ ਜੀ ਫਿਰ ਉਹ ਘੁੰਗਣੀਆਂ ਲੈ ਕੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਜਾਂਦੇ ਹੁੰਦੇ ਸੀ। ਅਤੇ ਲੋਕ ਜਿਹੜੇ ਸਨ ਸ਼ਰੀਕੇਬਾਜ਼ੀ ਵਾਲੇ, ਅਤੇ ਉਹ ਹੱਸਿਆ ਕਰਦੇ ਸੀ ਵੇਖ ਕੇ। ਕਹਿੰਦੇ ਚਲੋ ਕੋਈ ਨਹੀਂ, ਅਨਾਥ ਬੱਚਾ ਚੱਲ ਘੁੰਗਣੀਆਂ ਵੇਚਣ ਲੱਗ ਪਿਆ, ਘਰ ਦਾ ਗੁਜ਼ਾਰਾ ਚੱਲੇ। ਕੋਈ ਨਹੀਂ ਸਾਧ ਸੰਗਤ ਜੀ ਕਿਸੇ ਦੀ ਬਾਤ ਪੁੱਛਦਾ ਹੁੰਦਾ ਹੈ, ਸਾਰੇ ਮੂੰਹ ਮੋੜ ਲੈਂਦੇ ਹੁੰਦੇ ਨੇ। ਤੋ ਇਸੇ ਤਰ੍ਹਾਂ ਹੋਇਆ। ਅਤੇ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਘੁੰਗਣੀਆਂ ਵੇਚਿਆ ਕਰਦੇ ਸਨ। ਛੋਲੇ ਜੇ ਉਬਾਲ ਕੇ ਨਾ, ਥੋੜ੍ਹਾ ਜਿਹਾ ਵਿੱਚ ਲੂਣ ਮਸਾਲਾ ਜਿਹਾ ਪਾ ਕੇ, ਬਾਜ਼ਾਰ ਦੇ ਵਿੱਚ ਜਾ ਕੇ, ਛੋਟੀ ਜਿਹੀ ਉਮਰ ਵੇਖ ਲਓ ਕਿੰਨੀ ਕੁ, ਕੋਈ 10-11 ਸਾਲਾਂ ਦੀ ਉਮਰ, ਅਤੇ ਇੰਨੀ ਕੁ ਉਮਰ ਦੇ ਵਿੱਚ ਉੱਥੇ ਹੋਕਾ ਦਿਆ ਕਰਦੇ ਸੀ। ਮਹਾਰਾਜ ਕਹਿੰਦੇ, ਗੁਰਸਿੱਖੋ ਮੈਂ ਤਾਂ ਉਹੋ ਜਿਹਾ ਸਾਂ, ਗਲੀਆਂ ਦੇ ਵਿੱਚ ਲਾਹੌਰ ਦੀਆਂ ਦੇ ਵਿੱਚ ਰੁਲਦਾ ਫਿਰਦਾ ਸੀ। ਅਤੇ ਮੇਰੇ ਵੱਲ ਵੇਖ ਕੇ ਸਾਡੇ ਸ਼ਰੀਕੇ ਵਾਲੇ ਜਿਹੜੇ ਸੀ ਮੂੰਹ ਵੱਟ ਲੈਂਦੇ ਹੁੰਦੇ ਸੀ, ਰਾਹ ਬਦਲ ਲੈਂਦੇ ਸੀ। ਕਹਿੰਦੇ ਇਹ ਨਾ ਮੱਥੇ ਲੱਗੇ ਸਾਡੇ ਕਿਤੇ, ਸਾਡੇ ਵੀ ਘਰ 'ਚ ਕਿਤੇ ਗਰੀਬੀ ਨਾ ਆ ਜਾਵੇ। ਪਰ ਕਹਿੰਦੇ ਅੱਜ ਦੇਖ ਲਓ, ਮੈਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਗਿਆ, ਅਤੇ ਗੁਰੂ ਅਮਰਦਾਸ ਮਹਾਰਾਜ ਨੇ ਇੰਨਾ ਮੈਨੂੰ ਪਿਆਰ ਕੀਤਾ ਕਿ ਅੱਜ ਦੇਖ ਲਓ ਮੈਨੂੰ ਆ ਗੁਰਤਾ ਗੱਦੀ ਦਾ ਆਪਣੀ ਥਾਂ 'ਤੇ ਮਾਲਕ ਬਣਾ ਕੇ ਚਲੇ ਗਏ। ਜਿੱਥੇ ਮੇਰੇ ਕੋਲ ਕੋਈ ਮੇਰਾ ਅੱਗੋਂ ਕਹਿ ਲਓ ਕਿ ਮੂੰਹ ਦੇਖ ਕੇ ਰਾਜੀ ਨਹੀਂ ਸੀ, ਅੱਜ ਸਾਰੀ ਦੁਨੀਆ ਮੇਰੇ ਗੁਰੂ ਅਮਰਦਾਸ ਜੀ ਨੇ ਮੇਰੇ ਚਰਨਾਂ 'ਚ ਹੀ ਝੁਕਾ ਦਿੱਤੀ ਹੈ। ਇਹ ਭਾਈ ਗੁਰੂ ਦੀ ਸੇਵਾ ਦੀ ਵਡਿਆਈ ਹੈ। ਤੋ ਇੱਥੇ ਕਹਿ ਰਹੇ ਨੇ ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ। ਇਹ ਭਾਈ ਗੁਰੂ ਦੀ ਸੇਵਾ ਬੜੀ ਪ੍ਰਧਾਨ ਹੈ, ਬੜੀ ਸ਼੍ਰੇਸ਼ਟ ਹੈ। ਜਿਹੜੇ ਸੇਵਕ ਨੇ ਉਹਨਾਂ ਨੂੰ ਸੂਰਮੇ ਬਣਾ ਦਿੰਦੀ ਹੈ, ਜਾਂ ਉਹਨਾਂ ਨੂੰ ਸੂਰਜ ਦੀ ਨਿਆਈ ਹੈ, ਪ੍ਰਕਾਸ਼ ਵਾਲਾ ਬਣਾ ਦਿੰਦੀ ਹੈ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਸੂਰਜ ਦਾ ਚਾਨਣ ਹੁੰਦਾ, ਐਵੇਂ ਗਿਆਨ ਦਾ ਚਾਨਣ ਹੀ ਚਾਨਣ ਹੋ ਜਾਂਦਾ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ ਵੀ ਕਥਨ ਕੀਤਾ ਹੋਇਆ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇਆ। ਜਿਨ੍ਹਾਂ ਨੇ ਸੇਵਾ ਕੀਤੀ ਉਹਦੇ ਅੰਦਰ ਸਭ ਤੋਂ ਪਹਿਲਾਂ ਸੰਤੋਖ ਆਉਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਸੇਵਾ ਕਰਦੇ ਹੈ, ਆਪਣੇ ਅੰਦਰ ਲਾਲਚ ਦਾ ਸੁਭਾਅ ਬੜਾ ਭਾਰੀ ਹੈ ਨਾ, ਪਰ ਜਦੋਂ ਆਪਾਂ ਗੁਰੂ ਘਰ 'ਚ ਪੂਰੇ ਕਹਿ ਲਓ ਕਿ ਚਾਅ ਦੇ ਨਾਲ ਸੇਵਾ ਕਰਦੇ ਹਾਂ, ਤਾਂ ਉਹ ਸੇਵਾ ਸਾਡੇ ਅੰਦਰ ਫਿਰ ਸੰਤੋਖ ਬਣਾਉਂਦੀ, ਸੰਤੋਖ ਭਰ ਦਿੰਦੀ ਹੈ। ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ, ਉਹਨੇ ਮੰਦਾ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਉਹ ਫਿਰ ਸੇਵਾ ਕਰਨ ਵਾਲੇ ਭਾਈ ਮੰਦੇ ਰਾਹ 'ਤੇ ਗਲਤ ਪਾਸੇ ਨਹੀਂ ਆਪਣਾ ਪੈਰ ਰੱਖਦੇ ਨੇ, ਪੁੰਨ ਕਰਦੇ ਆ, ਧਰਮ ਕਮਾਉਂਦੇ ਨੇ। ਐਸੀ ਮਹਾਨ ਸੇਵਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਾਈ ਦੇਖੋ, ਜਿਹਨੇ ਗੁਰੂ ਦੀ ਸੇਵਾ ਕੀਤੀ ਹੈ ਨਾ, ਅੱਜ ਕਹਿੰਦੇ ਮੈਨੂੰ ਦੱਸੋ ਕਿ ਉਹਨੇ ਕੀ ਨਹੀਂ ਮਿਲਿਆ, ਉਹਨੇ ਕੀ ਨਹੀਂ ਪ੍ਰਾਪਤ ਕੀਤਾ। ਸੇਵਾ ਕਰਨ ਵਾਲੇ ਨੂੰ ਭਾਈ ਸਾਰਾ ਕੁਝ ਹੀ ਮਿਲ ਗਿਆ। ਨਿਰਾਸੰ ਆਸ ਪੂਰਨ ਹੈ, ਨਿਰਧਨ ਭਯੰ ਧਨਵੰਤ ਹੈ, ਨਿਰਾਸੰ ਆਸ ਪੂਰਨ ਹੈ। ਇਹ ਸੇਵਾ ਜਿਹੜੇ ਕੰਗਾਲ ਹੈ ਉਹਨਾਂ ਨੂੰ ਘਰ ਦੇ ਵਿੱਚ
ਧਨ ਬਖਸ਼ ਦਿੰਦੀ ਹੈ। ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਕਰ ਦਿੰਦੀ ਗੁਰੂ ਦੀ ਸੇਵਾ। ਅਰੋਗੀਆਂ ਰੋਗ ਖੰਡਨ ਹੈ, ਅਰੋਗੀਆਂ ਦੇ ਰੋਗ ਨਾਸ਼ ਕਰਕੇ ਰੱਖ ਦਿੰਦੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਕੀ ਦਸੀਏ ਵੀ ਨਾਨਕ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਗੁਰੂ ਦੀ ਸੇਵਾ ਕਰਕੇ ਕੀ ਨਹੀਂ ਲੱਭਦਾ, ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਬਸ਼ਰਤੇ ਕੋਈ ਚਾਅ ਦੇ ਨਾਲ ਸੇਵਾ ਕਰਦਾ ਰਹੇ, ਕਰਕੇ ਵੇਖੇ, ਸਾਰਾ ਕੁਝ ਹੀ ਮਹਾਰਾਜ ਜੀ ਦੀ ਸੇਵਾ ਨੂੰ ਦੇ ਦਿੰਦੀ ਹੈ। ਤੋ ਭਾਈ ਗੁਰਦਾਸ ਜੀ ਨੇ ਆਪਣੀ ਅੱਖੀਂ ਇਹ ਸਾਰਾ ਕੁਝ ਦੇਖਿਆ ਹੈ ਵੀ ਕਿਵੇਂ ਗੁਰੂ ਅਮਰਦਾਸ ਜੀ ਦੀ ਜਿਨ੍ਹਾਂ ਸੇਵਾ ਕੀਤੀ ਤੇ ਉਹਨਾਂ ਦੇ ਘਰ 'ਚ ਬਰਕਤਾਂ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਸੇਵਾ ਕੀਤੀ ਤੇ ਉਹਨਾਂ ਦੇ ਕਿੱਦਾਂ ਮਹਾਰਾਜ ਜੀ ਨੇ ਕਾਰਜ ਰਾਸ ਕੀਤੇ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ, 4 ਗੁਰੂ ਸਾਹਿਬਾਨਾਂ ਤੱਕ ਭਾਈ ਗੁਰਦਾਸ ਜੀ ਰਹੇ ਹੈ। ਤੇ 4 ਗੁਰੂ ਸਾਹਿਬਾਨਾਂ ਦੀ ਜਿਨ੍ਹਾਂ ਸੇਵਾ ਕੀਤੀ ਤੇ ਉਹਨਾਂ ਨੂੰ ਕਿਵੇਂ ਮਹਾਰਾਜ ਜੀ ਨੇ ਮਹਾਨ ਤੋਂ ਮਹਾਨ ਬਣਾਇਆ। ਭਾਈ ਬਹਿਲੋ ਜੀ ਇਹ ਮਾਲਵੇ ਦੇ ਰਹਿਣ ਵਾਲੇ ਸਨ। ਸੇਵਾ ਕੀਤੀ ਅੰਮ੍ਰਿਤਸਰ ਸਾਹਿਬ ਜੀ ਦੀ। ਕੀ ਸੇਵਾ ਕੀਤੀ ਹੈ? ਮਹਾਰਾਜ ਜੀ ਜਦੋਂ ਸਰੋਵਰ ਬਣਾਇਆ ਤੇ ਉੱਥੇ ਪੌੜੀਆਂ ਪੱਕੀਆਂ ਕਰਨੀਆਂ ਸੀ, ਇੱਟਾਂ ਦੀ ਲੋੜ ਸੀ ਬਹੁਤ ਜ਼ਿਆਦਾ, ਆਵੇ ਲੱਗੇ ਤੇ ਮਹਾਰਾਜ ਨੇ ਆਵੇ ਵਾਲਿਆਂ ਨੂੰ ਕਿਹਾ ਸੀ, ਭੱਠੇ ਜਿਹੜੇ ਇੱਟਾਂ ਬਣਾਉਂਦੇ ਸੀ, ਕਿ ਭਾਈ ਇੱਟ ਮਜ਼ਬੂਤ ਚਾਹੀਦੀ ਵਧੀਆ। ਭਾਈ ਬਹਿਲੋ ਜੀ ਨੇ ਪੁੱਛਿਆ ਕਿ ਭਾਈ ਇੱਟ ਦੀ ਮਜ਼ਬੂਤੀ ਕਿਵੇਂ ਹੁੰਦੀ ਹੈ? ਤੇ ਉਸ ਸਮੇਂ ਉਹਨਾਂ ਕਿਹਾ ਜੀ ਵੀ ਆ ਕੁਝ ਵਿੱਚ ਮਸਾਲੇ ਪੈ ਜਾਣ ਤੇ ਨਾਲ ਫਿਰ ਜੇਕਰ ਗੰਦਗੀ ਜਿਹੜੀ ਹੁੰਦੀ ਹੈ ਮਨੁੱਖਾਂ ਦੀ, ਪਸ਼ੂਆਂ ਦੀ ਆਦਿਕ ਜਿਹੜੀ ਕੋਈ, ਇਹ ਨਾਲ ਕਿਤੇ ਅੱਗ 'ਚ ਸੁੱਟੀ ਜਾਵੇ, ਇਹਦੇ ਨਾਲ ਇੱਟ ਬੜੀ ਪੱਕ ਜਾਂਦੀ ਹੈ। ਤਾਂ ਕਹਿੰਦੇ ਭਾਈ ਬਹਿਲੋ ਜੀ ਸਾਧ ਸੰਗਤ ਜੀ ਟੋਕਰੀ ਲੈ ਕੇ ਫਿਰ ਜਿਹੜੀ ਕੋਈ ਗੰਦਗੀ ਹੁੰਦੀ ਸੀ ਨਾ ਆਸੇ ਪਾਸੇ ਪਈ ਹੋਈ, ਉਹ ਟੋਕਰੀ 'ਚ ਪਾ ਲੈਂਦੇ। ਟੋਕਰੀ ਦੇ ਵਿੱਚੋਂ ਉਹਨਾਂ ਦੇ ਉੱਤੇ ਸਰੀਰ 'ਤੇ ਵੀ ਪੈ ਜਾਂਦੀ। ਲੋਕ ਘਿਰਣਾ ਕਰਦੇ ਪਰ ਉਹ ਲਿਆ ਕੇ ਸੁੱਟਦੇ ਅੱਗ ਦੇ ਵਿੱਚ, ਜਿਹਦੇ ਨਾਲ ਵੀ ਗੁਰੂ ਘਰ ਜਿਹੜੀ ਇੱਟ ਇਹ ਮਜ਼ਬੂਤ ਹੋਵੇ, ਕੱਚੀ ਪਿੱਲੀ ਨਹੀਂ ਰਹਿਣੀ ਚਾਹੀਦੀ। ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਚੱਲਿਆ ਤੇ ਮਹਾਰਾਜ ਜੀ ਇਹਨਾਂ ਦੀ ਸੇਵਾ ਤੋਂ ਬਹੁਤ ਖੁਸ਼ ਹੋਏ। ਬਚਨ ਕਰ ਦਿੱਤੇ, ਭਾਈ ਬਹਿਲੋ ਸਭ ਤੋਂ ਪਹਿਲੋਂ, ਇਹ ਭਾਈ ਬਹਿਲੋ ਤੂੰ ਸਭ ਤੋਂ ਪਹਿਲੋਂ ਹੋ ਗਿਆ ਹੈ। ਭਾਵ ਸਾਡਾ ਬੜਾ ਪ੍ਰੇਮੀ ਅਤੇ ਪਿਆਰਾ ਸਿੱਖ ਬਣ ਗਿਆ, ਤੂੰ ਪਹਿਲੇ ਨੰਬਰ 'ਤੇ ਆ ਗਿਆ, ਐਡੀ ਵੱਡੀ ਮਹਾਨ ਸੇਵਾ ਕੀਤੀ ਤੂੰ। ਅਤੇ ਮਹਾਰਾਜ ਜੀ ਨੇ ਕਿਹਾ ਕਿ ਜਾ ਭਾਈ ਬਹਿਲੋ ਆ ਜਿੰਨੀਆਂ ਵੀ ਗੁਪਤ ਰੂਹਾਂ ਨੇ ਇਹ ਸਾਰੀਆਂ ਤੇਰੇ ਵੱਸ ਵਿੱਚ ਕਰ ਦਿੱਤੀਆਂ। ਇਹਨਾਂ ਦੀ ਅੰਸ਼ ਵਿੱਚ ਹੀ ਅੱਗੇ ਭਾਈ ਭਗਤੂ ਜੀ ਸਾਧ ਸੰਗਤ ਜੀ ਹੋਏ ਸਨ, ਜਿਨ੍ਹਾਂ ਨੇ ਜਿਹਨੂੰ ਆਪਾਂ ਭੂਤਾਂ ਵਾਲਾ ਖੂਹ ਕਹਿੰਦੇ ਹਾਂ, ਇਹ ਲਵਾਇਆ ਸੀ। ਤੋ ਇੱਦਾਂ ਭਾਈ ਮੰਝ ਜੀ ਉਹਨਾਂ ਸੇਵਾ ਕੀਤੀ। ਦੇਖ ਲਓ ਕਿੰਨੀ ਸੇਵਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨੀ ਪ੍ਰੀਖਿਆ ਲਈ ਉਹਨਾਂ ਦੀ, ਸ਼ਾਇਦ ਕਿਸੇ ਹੋਰ ਸਿੱਖ ਦੀ ਲਈ ਹੋਵੇ ਜਿੰਨੀ ਭਾਈ ਮੰਝ ਜੀ ਦੀ ਪ੍ਰੀਖਿਆ ਲਈ ਸੇਵਾ ਕਰਦਿਆਂ ਦੀ। ਪਹਿਲਾਂ ਜਦੋਂ ਆਏ ਕਹਿੰਦੇ ਮਹਾਰਾਜ ਸਿੱਖੀ ਦਿਓ, ਅਤੇ ਮਹਾਰਾਜ ਕਹਿੰਦੇ ਇਹ ਭਾਈ ਸਿੱਖੀ ਕੋਈ ਵਾਧੂ ਚੀਜ਼ ਥੋੜ੍ਹੀ ਹੈ, ਇਹ ਸਿੱਖੀ ਤਾਂ ਦੁਰਲੱਭ ਹੈ। ਤੂੰ ਪਹਿਲਾਂ ਹੀ ਕਿਸੇ ਦਾ ਸਿੱਖ ਬਣੀ ਬੈਠਾ ਹੈ, ਮੁਰਦਿਆਂ ਨੂੰ ਪੂਜਦਾ ਫਿਰਦਾ ਘਰ 'ਚ ਕਬਰ ਜੀ ਬਣਾ ਕੇ। ਜਿਹੜਾ ਮਰੇ ਹੋਏ ਨੂੰ ਪੂਜੇ ਉਹ ਕਾਹਦਾ ਬੰਦਾ, ਕਾਹਦਾ ਇਨਸਾਨ ਹੈ, ਜਾਂ ਤੈਨੂੰ ਸਿੱਖੀ ਨਹੀਂ ਦੇਣੀ। ਭਾਈ ਮੰਝ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਸਿੱਖੀ ਹੀ ਲੈਣੀ ਹੈ। ਅਤੇ ਮਹਾਰਾਜ ਕਹਿੰਦੇ ਫਿਰ ਇੱਕ ਮਿਆਨ 'ਚ 2 ਕਿਰਪਾਨਾਂ ਨਹੀਂ ਠਹਿਰਦੀਆਂ। ਕਹਿੰਦੇ ਜੀ ਮਹਾਰਾਜ ਗਿਆ ਅਤੇ ਬਸ ਮੈਂ ਆਇਆ, ਘਰ ਗਿਆ, ਜਿਹੜਾ ਪੀਰਖਾਨਾ ਜਿਹਾ ਬਣਾਇਆ ਸੀ ਘਰ ਦੇ ਵਿੱਚ ਢਾਹ ਦਿੱਤਾ। ਮਹਾਰਾਜ ਕਹਿੰਦੇ ਪਰ ਖਿਆਲ ਰੱਖੀ ਤੇਰਾ ਕੁਝ ਵੀ ਨਹੀਂ ਰਹਿਣਾ, ਤਾਨੇ ਮਿਹਣੇ ਵੱਜ ਸਕਦੇ ਹੈ, ਕੰਗਾਲ ਹੋ ਜਾਵੇਂਗਾ, ਘਰ ਘਾਟ ਵਿਕ ਜਾਵੇਗਾ, ਪਿੰਡੋਂ ਕਢਾ ਦਿੱਤਾ ਜਾਵੇਂਗਾ। ਕਹਿੰਦਾ ਮਹਾਰਾਜ ਜੋ ਮਰਜ਼ੀ ਹੋ ਜੇ, ਚਾਹੇ ਮੇਰਾ ਹੁਣ ਕਤਰਾ ਹੋ ਜੇ, ਟੁਕੜੇ ਟੁਕੜੇ ਸਰੀਰ ਕਿਉਂ ਨਾ ਹੋ ਜਾਵੇ, ਪਰ ਮੈਨੂੰ ਚਾਹੀਦੀ ਤੇ ਚਾਹੀਦੀ ਸਿੱਖੀ ਹੈ। ਮਹਾਰਾਜ ਕਹਿੰਦੇ ਠੀਕ ਹੈ ਫਿਰ ਕਰ ਝੋਲੀ ਤੈਨੂੰ ਸਿੱਖੀ ਦੇਣੇ ਹੈ, ਪਰ ਤਿਆਰ ਰਹਿ। ਇਹ ਸਿੱਖੀ ਕੋਈ ਐਵੇਂ ਕਿਸੇ ਕਰਿਆਨੇ ਦੀ ਦੁਕਾਨ ਦਾ ਉਹ ਰੂੰਗਾ ਜਿਹਾ ਥੋੜ੍ਹੀ ਹੈ ਵੀ ਐਂ ਕਿਸੇ ਚੀਜ਼ ਦੇ ਨਾਲ ਫੜ ਕੇ ਫੜਾ ਦਿੱਤਾ। ਇਹ ਤਾਂ ਸਿਰ ਦੇਣਾ ਪੈਂਦਾ ਹੈ ਤਾਂ ਸਿੱਖੀ ਦੀ ਦਾਤ ਮਿਲਦੀ ਹੈ। ਭਾਈ ਮੰਝ ਜੀ ਕਹਿੰਦੇ ਮਹਾਰਾਜ ਮੇਰੀ ਝੋਲੀ 'ਚ ਬਸ ਤੂੰ ਇਹ ਦਾਤ ਪਾਓ। ਦਾਤ ਪਾਈ ਸਿੱਖੀ ਦੀ। ਭਾਈ ਮੰਝ ਘਰ ਆਇਆ, ਕਬਰ ਢਾਹ ਦਿੱਤੀ ਹੈ। ਪਿੰਡ ਦਾ ਚੌਧਰੀ ਸੀ ਚੰਗਾ ਤਗੜਾ, ਅਤੇ ਇੱਧਰ ਦੁਆਬੇ ਇਲਾਕੇ ਦਾ ਇਹ ਸੁਲਤਾਨੀਆਂ ਦਾ ਸਭ ਤੋਂ ਵੱਡਾ ਆਗੂ ਸੀ। ਜਿਹੜੇ ਆ ਸੁਲਤਾਨੀ ਹੁੰਦੇ ਨੇ, ਜਿਹੜੇ ਆ ਗੁੱਗੇ ਪੀਰ ਵਰਗੇ ਆਦਿਕ, ਇਹਨਾਂ ਦੀ ਇਹ ਰੋਟ ਜੇ ਪਕਾਏ ਕਰਦੇ ਸੀ ਅਤੇ ਇਹਦੇ ਘਰ ਦੇ ਵਿੱਚ ਲੋਕ ਇਕੱਠੇ ਹੁੰਦੇ ਸੀ। ਇਹ ਇਕੱਠਿਆਂ ਕਰਕੇ ਲੋਕਾਂ ਨੂੰ, ਅਤੇ ਉਹ ਜਿੱਥੇ ਗੁੱਗਾ ਪੀਰ ਦੀ ਕੋਈ ਜਗ੍ਹਾ ਜੀ ਹੈ
ਨਗਾਹੇ ਆਦਿਕ ਉੱਧਰ ਇਲਾਕਿਆਂ 'ਚ ਜਾਂਦੇ ਹੁੰਦੇ ਸੀ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਦੇਖ ਕਰਕੇ ਜਦੋਂ ਅੰਮ੍ਰਿਤਸਰ ਆਏ ਕਿਤੇ, ਕਹਿੰਦੇ ਜੀ ਐਡਾ ਵੱਡਾ ਮਹਾਨ ਅਸਥਾਨ ਕੌਣ ਇੱਥੋਂ ਦੇ ਮਾਲਕ? ਸਿੱਖ ਕਹਿੰਦੇ ਜੀ ਗੁਰੂ ਅਰਜਨ ਦੇਵ ਜੀ। ਕਿੱਥੇ ਨੇ? ਕਹਿੰਦੇ ਆਓ ਵੇਖੋ ਜੀ, ਸੰਗਤਾਂ ਦੇ ਜੋੜੇ ਝਾੜਦੇ ਪਏ ਆ। ਅਤੇ ਸੰਗਤਾਂ ਦੇ ਜੋੜੇ ਝਾੜਦਿਆਂ ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਇਹ ਭਾਈ ਮੰਝ ਦੀ ਸੰਗਤ ਦੀ ਧਾਰ ਨਿਕਲ ਗਈ ਵੀ ਜਿਨ੍ਹਾਂ ਦੇ ਗੁਰੂ ਪੀਰ ਆਪ ਵੇਖੋ ਆਪਣੀਆਂ ਸੰਗਤਾਂ ਦੇ ਜੋੜੇ ਝਾੜਦੇ ਪਏ ਨੇ, ਉਹ ਕਿੱਡੇ ਮਹਾਨ ਹੋਣਗੇ। ਇਸ ਕਰਕੇ ਪ੍ਰਭਾਵਿਤ ਹੋ ਕੇ ਉਹਨਾਂ ਸਿੱਖੀ ਧਾਰਨ ਕੀਤੀ। ਘਰ ਆਏ, ਘਰ ਦੇ ਵਿੱਚ ਪਸ਼ੂ ਸਨ, ਮਰ ਗਏ ਸਾਰੇ। ਅਤੇ ਲੋਕਾਂ ਨੇ ਕਿਹਾ ਜੀ ਇਹਨੂੰ ਤਾਂ ਪਾਪ ਲੱਗਾ ਜੀ, ਇਹਨੇ ਆਪਣੇ ਘਰ ਵਿੱਚੋਂ ਆ ਕਬਰ ਢਾਹਤੀ ਹੈ, ਇਹ ਸਾਡਾ ਨੁਕਸਾਨ ਕਰੇਗਾ, ਇਹਦੀ ਚੌਧਰਤਾ ਵੀ ਇਹਦੇ ਕੋਲੋਂ ਲੈ ਲਓ। ਲੈ ਲਈ ਜੀ ਚੌਧਰਤਾ ਜੀ। ਅਤੇ ਉਹਨਾਂ ਕਿਹਾ ਜੀ ਵੀ ਇਹਦੇ ਰਹਿਣ ਕਰਕੇ ਸਾਡੇ ਪਿੰਡ ਦਾ ਨੁਕਸਾਨ ਨਾ ਹੋ ਜੇ ਕਿਤੇ, ਇਹਨੇ ਪੀਰਖਾਨਾ ਢਾਹਿਆ, ਇਹਨੂੰ ਕੱਢ ਦਿਓ, ਪਿੰਡ ਦੇ ਵਿੱਚੋਂ ਹੀ ਕੱਢ ਦਿਓ। ਕਿੱਥੇ ਪਿੰਡ ਦਾ ਸਭ ਤੋਂ ਵੱਡਾ ਚੌਧਰੀ, ਪਿੰਡ ਦੇ ਵਿੱਚੋਂ ਹੀ ਕੱਢਤਾ। ਲੜਕੀ ਸੀ ਇੱਕ, ਅਤੇ ਘਰ ਵਾਲੀ ਅਤੇ ਨਾਲ ਆਪ ਤਿੰਨੇ ਜੀ ਸਾਧ ਸੰਗਤ ਜੀ ਤੁਰ ਪਏ, ਘਰ ਦੇ ਵਿੱਚੋਂ ਕੱਢ ਦਿੱਤੇ ਪਿੰਡ ਵਾਲਿਆਂ ਨੇ। ਅਤੇ ਆਪਣੇ ਘਰੋਂ ਚੱਲ ਕੇ ਅਤੇ ਇੱਧਰ ਸਾਧ ਸੰਗਤ ਜੀ ਗੁਰਦਾਸਪੁਰ ਦੇ ਇਲਾਕੇ ਵਿੱਚ ਉੱਥੇ ਚਲੇ ਗਏ। ਹੁਸ਼ਿਆਰਪੁਰ ਦੇ ਵਿੱਚ ਇਹਨਾਂ ਦਾ ਪਿੰਡ ਸੀ ਕੰਗ ਮਾਈ, ਅਤੇ ਉੱਥੇ ਹੁਣ ਤਾਂ ਚਲੋ ਬੜਾ ਵੱਡਾ ਗੁਰੂ ਘਰ ਬਣਿਆ ਹੋਇਆ ਹੈ। ਇੱਥੋਂ ਕੱਢ ਦਿੱਤਾ ਸੀ। ਫਿਰ ਇੱਧਰ ਹੁਸ਼ਿਆਰਪੁਰ ਦੇ ਨੇੜੇ ਸਾਧ ਸੰਗਤ ਜੀ ਚਲੇ ਗਏ, ਉੱਥੇ ਰਹਿੰਦੇ ਰਹੇ। ਅਤੇ ਉੱਥੇ ਕੀ ਕਰਦੇ ਸੀ, ਘਾਹ ਖੋਦਿਆ ਕਰਦੇ, ਪੰਡਾਂ ਬੰਨ੍ਹ ਕੇ ਘਾਹ ਦੀਆਂ ਲੋਕਾਂ ਨੂੰ ਫਿਰ ਵੇਚਿਆ ਕਰਦੇ ਹੁੰਦੇ ਸੀ। ਅਤੇ ਘਾਹ ਦਾ ਅੱਜ ਨਹੀਂ ਇੰਨਾ ਮੁੱਲ ਹੈਗਾ, ਅਤੇ ਉਹਨਾਂ ਸਮੇਂ 'ਚ ਤਾਂ ਕੀ ਮੁੱਲ ਕੋਈ ਹੋਵੇਗਾ। ਅਤੇ ਉਹ ਜਦੋਂ ਵੇਚ ਕੇ ਆਉਣਾ, ਕੁਝ ਪੈਸਾ ਲਿਆਉਣਾ, ਅਤੇ ਉਹਦੇ ਨਾਲ ਕੋਈ ਆਪਣਾ ਖਰਚਾ ਪਾਣੀ ਕਰਨਾ। ਕੀ ਹੋਇਆ ਸਾਧ ਸੰਗਤ ਜੀ, ਇੱਧਰੋਂ ਮਹਾਰਾਜ ਜੀ ਨੇ ਹੁਕਮਨਾਮਾ ਭੇਜ ਦਿੱਤਾ। ਸਿੱਖ ਲੈ ਕੇ ਗਿਆ, ਹੁਕਮਨਾਮਾ ਫੜਾਇਆ, ਅਤੇ ਭਾਈ ਮੰਝ ਨੂੰ ਕਿਹਾ ਜੀ ਗੁਰੂ ਸਾਹਿਬ ਦਾ ਹੁਕਮ ਹੈ ਕਿ ਪਹਿਲਾ ਜਿਹੜਾ ਹੁਕਮਨਾਮਾ ਦਵੇ ਉਹ ਸਿੱਖ ਨੂੰ ਤੁਸੀਂ 5 ਰੁਪਈਏ ਦੇਣੇ। ਅਤੇ ਉਹਦੇ ਕੋਲੇ ਜੋ ਕੁਛ ਸੀ, ਕੋ ਸਾਜੋ ਸਮਾਨ ਜਿਹਾ ਵੇਚ ਕੇ ਅਤੇ ਲਿਆ ਕੇ ਸਿੱਖ ਨੂੰ ਦਿੱਤੇ। ਜਦੋਂ ਹੁਕਮਨਾਮਾ ਖੋਲ੍ਹਿਆ ਬੜਾ ਚਾਅ ਚੜ੍ਹਿਆ ਜੀ, ਮੇਰੇ ਗੁਰੂ ਨੇ ਮੈਨੂੰ ਚੇਤੇ ਕੀਤਾ ਹੈ। ਉਹਦੇ ਵਿੱਚ ਕੀ ਲਿਖਿਆ ਜੀ, ਇੱਥੇ ਗੁਰੂ ਘਰ ਦੇ ਵਿੱਚ ਸੇਵਾ ਚੱਲਦੀ ਪਈ ਹੈ, ਭਾਈ ਮੰਝ 50 ਰੁਪਈਏ ਸੇਵਾ ਦੇ ਵਾਸਤੇ ਭੇਜੋ। ਅਤੇ ਹੁਣ ਵੇਖੇ ਵੀ ਘਰ ਦੇ ਵਿੱਚ ਤਾਂ ਹੈ ਕੁਝ ਨਹੀਂ ਮੇਰੇ ਕੋਲੇ, ਪਰ ਉਹਨੇ ਮੱਥੇ ਵੱਟ ਨਹੀਂ ਪਾਇਆ। ਘਰ ਵਾਲੀ ਨਾਲ ਗੱਲ ਕੀਤੀ ਕੀ ਕਰੀਏ, ਉਹ ਕਹਿੰਦੀ ਜੀ ਸਾਡੇ ਕੋਲ ਪੈਸਾ ਤਾਂ ਕੋਈ ਹੈ ਨਹੀਂ, ਪਰ ਹੁਣ ਗੁਰੂ ਮਹਾਰਾਜ ਨੇ ਕਿਹਾ ਅਤੇ ਆਪਾਂ ਦੇਣੇ ਤਾਂ ਜ਼ਰੂਰ ਨੇ। ਕਹਿੰਦੇ ਜੀ ਐਂ ਕਰਦੇ ਐਂ, ਆਹ ਲਾਗੇ ਜਿਹੜੇ ਸ਼ਾਹੂਕਾਰ ਹੈ, ਇਹਨਾਂ ਨੇ ਕਈ ਵਾਰੀ ਆਪਣੀ ਲੜਕੀ ਦਾ ਰਿਸ਼ਤਾ ਮੰਗਿਆ, ਗੱਲ ਕੀਤੀ ਸੀ, ਅਤੇ ਆਪਾਂ ਜੇ ਲੜਕੀ ਉਹਨਾਂ ਨਾਲ ਵਿਆਹ ਦਈਏ, ਕਿਉਂਕਿ ਉੱਦਾਂ ਤਾਂ ਸਾਨੂੰ ਕਿਸੇ ਨੇ ਪੈਸੇ ਦੇਣੇ ਨਹੀਂ, ਚੱਲ ਰਿਸ਼ਤੇਦਾਰੀ ਹੋ ਜਾਏਗੀ, ਅਤੇ ਉਹਨਾਂ ਕੋਲ ਉਧਾਰੇ ਫੜ ਲਵਾਂਗੇ, ਸਮਾਂ ਪਿਆ ਅਤੇ ਦੇ ਦਾਂਗੇ। ਭਾਈ ਮੰਝ ਜੀ ਕਹਿੰਦੇ ਠੀਕ ਹੈ ਗੱਲ ਤਾਂ। ਲੜਕੀ ਵਿਆਹ ਦਿੱਤੀ, ਉਧਾਰੇ ਪੈਸੇ ਲਏ 50 ਰੁਪਈਏ, ਬਸ ਉਨੇ ਹੀ, ਅਤੇ ਉੱਧਰ ਭੇਜ ਦਿੱਤੇ। ਸਮਾਂ ਪਿਆ ਅਤੇ ਮਹਾਰਾਜ ਨੇ ਫਿਰ ਚਿੱਠੀ ਭੇਜ ਦਿੱਤੀ। ਹੁਕਮਨਾਮਾ ਦੇਖਿਆ ਅਤੇ ਉਹਦੇ 'ਤੇ ਫਿਰ ਲਿਖਿਆ ਜੀ 100 ਰੁਪਈਆ ਭੇਜੋ ਸੇਵਾ ਵਾਸਤੇ। ਫਿਰ ਭਾਈ ਮੰਝ ਜੀ ਦੀ ਘਰ ਵਾਲੀ ਕਹਿੰਦੀ ਕਿ ਹੁਣ ਕਿਰਪਾ ਕਰੋ, ਅਤੇ ਮੈਂ ਕਿਸੇ ਦੇ ਘਰ ਵਿੱਚ ਗੋਲੀ ਬਣ ਜਾਂਦੀ ਹਾਂ ਗੁਲਾਮ, ਅਤੇ ਉਹ ਜਾ ਕੇ ਕਿਸੇ ਸ਼ਾਹੂਕਾਰ ਦੇ ਘਰ ਦੇ ਵਿੱਚ ਝਾੜੂ ਪੋਚਾ ਕਰੇ, ਭਾਂਡੇ ਮਾਂਜਿਆ ਕਰੇ, ਆਦਿਕ ਜਿੰਨੇ ਕੰਮ ਹੁੰਦੇ ਘਰਾਂ ਦੇ ਇਹ ਕੀਤੇ, ਅਤੇ ਉਹਦੇ ਕੋਲੋਂ ਕਰਜ਼ਾ ਫੜ ਕੇ ਉਹ ਸਾਧ ਸੰਗਤ ਜੀ ਦਿੱਤਾ। ਅਤੇ ਫਿਰ ਸਮਾਂ ਪਾ ਕੇ ਮਹਾਰਾਜ ਕਿਹਾ ਕਿ ਹੁਣ ਭਾਈ ਮੰਝ ਸਾਡੇ ਕੋਲੇ ਆ ਜਾ। ਫਿਰ ਭਾਈ ਮੰਝ ਇੱਥੇ ਆ ਗਿਆ ਅੰਮ੍ਰਿਤਸਰ। ਇੱਥੇ ਵੀ ਆਉਂਦੇ ਨੂੰ ਮਹਾਰਾਜ ਨੇ ਇਹ ਨਹੀਂ ਵੀ ਗੱਲ ਨਾ ਲਾਇਆ। ਮਹਾਰਾਜ ਕਹਿੰਦੇ ਸੇਵਾ ਕਰੋ। ਸੰਗਤਾਂ ਨੂੰ ਪੁੱਛਿਆ ਜੀ ਕਿਹੜੀ ਸੇਵਾ ਗੁਰੂ ਘਰ ਵਿੱਚ ਚਾਹੀਦੀ ਹੈ? ਕਹਿੰਦੇ ਜੀ ਬਾਲਣ ਦੀ ਲੋੜ ਪੈ ਜਾਂਦੀ ਹੈ, ਬਾਲਣ ਥੁੜ ਜਾਂਦਾ ਕਈ ਵਾਰੀ। ਭਾਈ ਮੰਝ ਜੀ ਜਾ ਕੇ ਜੰਗਲ ਵਿੱਚੋਂ ਲੱਕੜਾਂ ਲਿਆਉਂਦੇ, ਲਿਆ ਕੇ ਲੰਗਰ 'ਚ ਪਾਉਂਦੇ। ਕਾਫੀ ਚਿਰਾਂ ਬਾਅਦ ਮਹਾਰਾਜ ਜੀ ਨੂੰ ਮਿਲੇ। ਮਹਾਰਾਜ ਕਹਿੰਦੇ ਭਾਈ ਮੰਝ ਕਿਵੇਂ ਸੇਵਾ ਚੱਲਦੀ? ਕਹਿੰਦੇ ਜੀ ਵਧੀਆ ਚੱਲਦੀ ਮਹਾਰਾਜ, ਤੁਹਾਡੀ ਕਿਰਪਾ ਦੇ ਨਾਲ। ਅੱਛਾ ਕੀ ਕਰਦਾ ਹੁੰਨਾ ਤੂੰ? ਪ੍ਰਸ਼ਾਦਾ ਕਿੱਥੋਂ ਛਕਦਾ? ਜੀ ਲੰਗਰਾਂ ਦੇ ਵਿੱਚੋਂ ਛਕਦਾ। ਕਹਿੰਦੇ ਵਾਹ ਬਈ ਬੜਾ ਚਲਾਕ ਨਿਕਲਿਆ ਤੂੰ ਤਾਂ। ਇਹ ਕਾਹਦੀ ਤੇਰੀ ਸੇਵਾ ਹੋਈ? 4 ਲੱਕੜਾਂ ਗੁਰੂ ਦੇ ਬਾਲਣ 'ਚ ਪਾ ਕੇ ਅਤੇ 7-8 ਰੋਟੀਆਂ ਖਾ ਜਾਂਦਾ ਤੂੰ, ਅਤੇ ਇਹ ਤੇਰੀ ਸੇਵਾ ਕੋਈ ਲੱਗਦੀ ਹੈ? ਇੱਦਾਂ ਕਹਿ ਕੇ ਮਹਾਰਾਜ ਜੀ ਲੰਘ ਗਏ ਹੱਸ ਕੇ ਨਾਲ। ਅਤੇ ਭਾਈ ਮੰਝ ਨੇ ਸੋਚਿਆ ਵੀ ਅਜੇ ਮੇਰੀ ਸੇਵਾ ਪ੍ਰਵਾਨ ਨਹੀਂ। ਉਹਨਾਂ ਕੀ ਕੀਤਾ ਸਾਧ ਸੰਗਤ ਜੀ ਕਿ 2 ਉਹਨਾਂ ਨੇ ਫਿਰ ਪੰਡਾਂ ਲਿਆਉਣੀਆਂ ਲੱਕੜਾਂ ਦੀਆਂ।
ਇੱਕ ਪੰਡ ਵੇਚਿਆ ਕਰਨੀ, ਇੱਕ ਪੰਡ ਲਿਆ ਕੇ ਲੰਗਰ 'ਚ ਪਾਇਆ ਕਰਨੀ। ਅਤੇ ਜਿਹੜਾ ਕਹਿ ਲਓ ਕਿ ਵੇਚਣੀ, ਉਹਦਾ ਜੋ ਕੁਝ ਪੈਸਾ ਹੋਣਾ ਉਹ ਲਿਆ ਕਰਕੇ ਉਹ ਵੀ ਲੰਗਰਾਂ 'ਚ ਹੀ ਪਾਉਣਾ, ਫਿਰ ਪ੍ਰਸ਼ਾਦਾ ਛਕ ਲਿਆ ਕਰਨਾ। ਅਤੇ ਮਹਾਰਾਜ ਜੀ ਦੇ ਕੋਲੇ ਫਿਰ ਮਹਾਰਾਜ ਜੀ ਨੇ ਕਿਹਾ, ਅੱਛਾ ਤੂੰ ਵਪਾਰੀ ਬਣ ਗਿਆ, ਹੁਣ ਤੂੰ ਸੇਵਾ ਕਾਹਦੀ, ਤੇਰੀ ਤਾਂ ਵਪਾਰ ਕਰੀ ਜਾਂਦਾ। ਕਿਹਾ ਮਹਾਰਾਜ ਅਜੇ ਵੀ ਖੁਸ਼ ਨਹੀਂ ਹੋਏ। ਉਹਨਾਂ ਕੀ ਕਰਨਾ ਸੰਗਤ ਜੀ, ਜਿਹੜਾ ਕੁਛ ਸੁੱਕਾ ਹੁੰਦਾ ਸੀ ਨਾ ਅੰਨ, ਪ੍ਰਸ਼ਾਦੇ ਵੱਧ ਜਾਣੇ। ਫਿਰ ਭਾਈ ਮੰਝ ਜੀ ਨੇ ਸਰੀਰ ਦੇ ਨਿਰਵਾਹ ਵਾਸਤੇ ਉਹ ਜਿਹੜੀਆਂ ਸੁੱਕੀਆਂ ਰੋਟੀਆਂ ਸੀ ਨਾ, ਉਹਨਾਂ ਨੂੰ ਭੋਰ ਕੇ ਪਾਣੀ ਵਿੱਚ ਪਾ ਕੇ ਅਤੇ ਉੱਤੇ ਲੂਣ ਜਿਹਾ ਧੂੜ ਕੇ ਉਹ ਛਕ ਲਿਆ ਕਰਨੀਆਂ। ਗੁਰੂ ਅਰਜਨ ਸਾਹਿਬ ਜੀ ਫਿਰ ਆ ਗਏ। ਮਹਾਰਾਜ ਕਹਿੰਦੇ, ਉਹ ਭਾਈ ਮੰਝ, ਤੂੰ ਤਾਂ ਸਾਡੇ ਪਸ਼ੂ ਪੰਛੀਆਂ ਦਾ ਹੱਕ ਵੀ ਖਾਈ ਜਾਂਦਾ। ਆਹ ਸੁੱਕਾ ਜਿਹੜਾ ਅੰਨ ਸੀ ਇਹ ਤਾਂ ਅਸੀਂ ਪਸ਼ੂ ਪੰਛੀਆਂ ਨੂੰ ਪਾਉਣਾ ਸੀ, ਗੁਰੂ ਘਰਦਿਆਂ ਨੂੰ, ਪਸ਼ੂਆਂ ਨੂੰ ਦੁੱਧ ਦੇਣਾ, ਉਹਨਾਂ ਨੂੰ ਵੀ ਅੰਨ ਪਾਉਣਾ ਸੀ, ਤੂੰ ਖਾਈ ਜਾਂਦਾ ਉਹਨਾਂ ਦਾ ਹੱਕ, ਇਹ ਕਾਹਦੀ ਤੇਰੀ ਸੇਵਾ ਹੈ। ਮਨ 'ਚ ਸੋਚਿਆ ਕਿ ਅਜੇ ਵੀ ਪ੍ਰਵਾਨ ਨਹੀਂ ਹੈ। ਫਿਰ ਉਹਨਾਂ ਕੀ ਕੀਤਾ ਸੰਗਤ ਜੀ, ਵੀ ਜੋ ਸੰਗਤ ਨੇ ਪ੍ਰਸ਼ਾਦਾ ਛਕਣਾ, ਪ੍ਰਸ਼ਾਦੇ ਛਕਣ ਤੋਂ ਬਾਅਦ ਜਿਹੜੀਆਂ ਪੱਤਲਾਂ ਕੋ ਸੁੱਟਣੀਆਂ, ਅਤੇ ਉਹ ਪੱਤਲਾਂ ਦੇ ਨਾਲ ਜਿਹੜਾ ਕੋਈ 2-4 ਦਾਣੇ ਲੱਗੇ ਹੋਣੇ ਜੂਠੇ, ਉਹਨਾਂ ਨੇ ਉਹ ਛਕਣਾ। ਅਤੇ ਮਹਾਰਾਜ ਨੇ ਕਿਹਾ ਕਿ ਇਹ ਅਸੀਂ ਕਦੋਂ ਦਾ ਕੰਮ ਚਲਾਤਾ ਵੀ ਸਾਡੇ ਸਿੱਖ ਜੂਠ ਖਾਣਗੇ, ਤੂੰ ਇੰਨੀ ਅਪਵਿੱਤਰਤਾ ਫੈਲਾ ਰਿਹਾ, ਲੰਗਰ ਦੀ ਬੇਅਦਬੀ ਕਰਦਾ ਪਿਆ ਹੈ। ਫਿਰ ਸੋਚਿਆ ਕਿ ਮਹਾਰਾਜ ਅਜੇ ਵੀ ਖੁਸ਼ ਨਹੀਂ ਹਨ ਸੇਵਾ 'ਤੇ। ਫਿਰ ਸਾਧ ਸੰਗਤ ਜੀ ਕੁਝ ਸਮਾਂ ਉਹ ਕਹਿ ਲਓ ਮਜ਼ਦੂਰੀ ਆਦਿਕ ਬਾਹਰ ਕਰਦੇ, ਉਹ ਪੈਸੇ ਦਾ ਲਿਆ ਕੇ ਲੰਗਰ ਪਾਣੀ ਤਿਆਰ ਕਰਕੇ ਅਤੇ ਥੋੜ੍ਹਾ ਜਿਹਾ ਛਕ ਲੈਂਦੇ ਅਤੇ ਬਾਕੀ ਲੰਗਰਾਂ 'ਚ ਪਾ ਦਿੰਦੇ। ਇੱਦਾਂ ਸੇਵਾ ਕਰਦੇ ਰਹੇ। ਕਰਦਿਆਂ ਕਰਾਉਂਦਿਆਂ ਇੱਕ ਦਿਨ ਫਿਰ ਮਹਾਰਾਜ ਨੇ ਇਹੋ ਜਿਹੀ ਪਰਖ ਪਾਤੀ, ਹਨੇਰੀ ਚਲਾਤੀ, ਬੜਾ ਹਨੇਰ, ਬੜਾ ਝੱਖੜ ਚੱਲਿਆ। ਭਾਈ ਮੰਝ ਜੀ ਕਿਤੇ ਲੈ ਕੇ ਬਾਲਣ ਦੀ ਪੰਡ ਆ ਰਹੇ ਸਨ। ਜੰਗਲ ਦਾ ਇਲਾਕਾ ਸੀ, ਕਿਤੇ ਖੂਹ ਸੀ, ਮੌਣ ਹੈ ਨਹੀਂ ਸੀ ਖੂਹ ਦੀ, ਦਿਸਿਆ ਨਾ, ਅਤੇ ਹਨੇਰੀ ਕਰਕੇ ਉਹ ਖੂਹ ਦੇ ਵਿੱਚ ਜਾ ਡਿੱਗ ਪਏ। ਖੂਹ ਦੇ ਵਿੱਚ ਡਿੱਗੇ, ਪਾਣੀ ਥੋੜ੍ਹਾ ਸੀ ਜਿਹਦੇ ਕਰਕੇ ਡੁੱਬੇ ਤਾਂ ਨਾ, ਅਤੇ ਜਿਹੜਾ ਬਾਲਣ ਸੀ ਉਹਨੂੰ ਸੰਭਾਲ ਕੇ ਸਿਰ ਦੇ ਉੱਤੇ ਚੁੱਕ ਰੱਖਿਆ ਵੀ ਕਿਤੇ ਪਾਣੀ 'ਚ ਡਿੱਗ ਕੇ ਭਿੱਜ ਨਾ ਜਾਵੇ ਬਾਲਣ, ਅਤੇ ਉੱਥੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਏ। ਇੱਧਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ 'ਤੇ ਬੈਠੇ ਹੋਏ ਅੰਮ੍ਰਿਤਸਰ ਸਾਹਿਬ। ਜਦੋਂ ਦੇਖਿਆ ਭਾਈ ਮੰਝ ਖੂਹ 'ਚ ਡਿੱਗ ਪਿਆ ਹੈ, ਅਤੇ ਉੱਥੋਂ ਹੀ ਸਾਧ ਸੰਗਤ ਜੀ ਮਹਾਰਾਜ ਭੱਜ ਪਏ। ਸੰਗਤਾਂ ਬੜੀਆਂ ਹੈਰਾਨ ਹੋ ਗਈਆਂ ਵੀ ਮੀਂਹ ਪੈ ਰਿਹਾ, ਹਨੇਰੀ ਚੱਲ ਰਹੀ ਹੈ, ਅਤੇ ਮਹਾਰਾਜ ਇੱਕਦਮ ਭੱਜੇ ਹੈ, ਕੀ ਗੱਲ ਹੋ ਗਈ। ਨੰਗੇ ਚਰਣੀ, ਨਾ ਮਹਾਰਾਜ ਨੇ ਘੋੜਾ, ਨਾ ਮਹਾਰਾਜ ਨੇ ਜੋੜਾ ਲਿਆ। ਸਿੱਖ ਘੋੜੀ ਲੈ ਕੇ, ਜੋੜੇ ਫੜ ਕੇ ਮਹਾਰਾਜ ਜੀ ਦੇ ਮਗਰ ਮਗਰ ਭੱਜ ਗਏ। ਅਤੇ ਕੁਝ ਸਿੱਖਾਂ ਪੁੱਛਿਆ, ਮਹਾਰਾਜ ਜੀ ਕੀ ਕੰਮ ਪੈ ਗਿਆ, ਕੀ ਗੱਲ ਹੋ ਗਈ। ਮਹਾਰਾਜ ਕਹਿੰਦੇ ਇੱਕ ਰੱਸਾ ਲੈ ਆਓ, ਅਤੇ ਕੁਝ ਹੋਰ ਬਾਲਟੀਆਂ ਆਦਿਕ ਲੈ ਆਓ। ਸਿੱਖ ਰੱਸਾ ਫੜ ਕੇ ਹੋਰ ਕੁਝ ਬਾਲਟੀਆਂ ਆਦਿਕ ਲੈ ਕੇ ਨਾਲ ਆ ਗਏ। ਮਹਾਰਾਜ ਜੀ ਭੱਜੇ ਸਿੱਧੇ ਨੰਗੇ ਚਰਨੀ ਸੰਗਤ ਜੀ ਆ ਰਹੇ। ਤਕਰੀਬਨ ਅੰਮ੍ਰਿਤਸਰ ਤੋਂ 4-5 ਕਿਲੋਮੀਟਰ ਦੀ ਵਿੱਥ 'ਤੇ ਇਹ ਪੈ ਜਾਂਦਾ ਭਾਈ ਮੰਝ ਜੀ ਦਾ ਅਸਥਾਨ। ਭਾਈ ਮੰਝ ਦਾ ਖੂਹ ਉਹਨੂੰ ਕਹਿੰਦੇ। ਹੁਣ ਗੁਰਦੁਆਰਾ ਸਾਹਿਬ ਬੜਾ ਸੋਹਣਾ ਬਣਿਆ ਉੱਥੇ। ਉਸ ਸਮੇਂ ਜੰਗਲ ਸੀ ਸਾਰਾ। ਸਿੱਧਾ ਮਹਾਰਾਜ ਜੀ ਦਵਾ ਦਵ ਉੱਥੇ ਸੰਗਤ ਜੀ ਆਏ ਖੂਹ ਦੇ ਕਿਨਾਰੇ। ਉੱਥੇ ਆ ਕੇ ਰੁਕੇ। ਸੰਗਤਾਂ ਆ ਗਈਆਂ ਮਗਰੇ ਮਗਰ ਸਾਰੀਆਂ। ਮੀਂਹ ਪੈ ਰਿਹਾ, ਝੱਖੜ ਚੱਲ ਰਿਹਾ ਸੀ। ਅਤੇ ਮਹਾਰਾਜ ਜੀ ਨੇ ਉਸ ਸਮੇਂ ਆਵਾਜ਼ ਮਾਰੀ ਪਾਸੇ ਜਿਹੇ ਹੋ ਕੇ, ਉਹ ਭਾਈ ਕੌਣ ਹੈ, ਖੂਹ ਦੇ ਵਿੱਚ ਕੋਈ ਡਿੱਗਾ ਹੋਇਆ ਹੈ। ਅਤੇ ਭਾਈ ਮੰਝ ਜੀ ਨੇ ਆਵਾਜ਼ ਪਛਾਣ ਲਈ, ਇਹ ਤਾਂ ਮੇਰੇ ਗੁਰੂ ਦੀ ਆਵਾਜ਼ ਹੈ। ਵੀ ਇੰਨਾ ਮਿੱਠਾ ਬੋਲ ਤਾਂ ਗੁਰੂ ਸਾਹਿਬ ਤੋਂ ਬਿਨਾਂ ਕਿਹਦਾ ਹੋ ਸਕਦਾ ਹੈ। ਅਤੇ ਆਵਾਜ਼ ਪਛਾਣ ਕੇ ਕਹਿੰਦੇ, ਹਾਂ ਗੁਰੂ ਮਹਾਰਾਜ ਮੈਂ ਹੀ ਹਾਂ। ਅੱਛਾ ਭਾਈ ਮੰਝ, ਤੂੰ ਖੂਹ 'ਚ ਕੀ ਲੁਕਿਆ ਬੈਠਾ, ਕੀ ਇੱਥੇ ਕਰਦਾ। ਕਹਿੰਦੇ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਜਾਣੀ ਜਾਣ ਹੋ। ਹਨੇਰੀ ਕਰਕੇ ਮਹਾਰਾਜ ਮੇਰੇ ਕੋਲ ਦਿਸਿਆ ਕੁਝ ਨਹੀਂ, ਤਾਂ ਕਰਕੇ ਮੈਂ ਖੂਹ 'ਚ ਡਿੱਗ ਪਿਆ। ਲੈ ਇੱਥੇ ਬੈਠਾ ਤੂੰ, ਤੈਨੂੰ ਨਹੀਂ ਪਤਾ ਉੱਥੇ ਅੰਦਰ ਬਾਲਣ ਦੀ ਲੋੜ ਹੈ, ਅਤੇ ਤੂੰ ਇੱਥੇ ਖੂਹ ਦੇ ਵਿੱਚ ਲੁਕੀ ਬੈਠਾ ਹੈ। ਚੱਲ ਬਾਹਰ ਨਿਕਲ, ਆ ਇੱਧਰ। ਕਹਿੰਦਾ ਜੀ ਮੇਰੇ ਕੋਲੇ ਮਹਾਰਾਜ ਬਾਲਣ ਹੈ। ਅੱਛਾ ਬਾਲਣ ਵੀ ਨਾਲ ਲੈ ਕੇ ਬੈਠਾ ਹੋਇਆ ਖੂਹ ਦੇ ਵਿੱਚ। ਲੈ ਸੁੱਟ ਦੇ ਬਾਲਣ ਇੱਥੇ। ਆਪ ਨਿਕਲਿਆ ਬਾਹਰ। ਅਤੇ ਭਾਈ ਮੰਝ ਜੀ ਨੇ ਹੱਥ ਜੋੜੇ, ਮਹਾਰਾਜ ਅਜੇ ਵੀ ਪਰਖ ਲੈ ਰਹੇ ਹੋ ਇਹੋ ਜਿਹੇ ਸਮੇਂ ਵਿੱਚ ਵੀ ਮੈਂ ਜੇ ਬਾਲਣ ਸੁੱਟਦਾ, ਤੁਸੀਂ ਮੈਨੂੰ ਬਾਹਰ ਨਿਕਲਦੇ ਨੂੰ ਇਹ ਆਖੋ ਕਿ ਭਾਈ ਮੰਝ ਤੂੰ ਗੁਰੂ ਘਰ ਦੇ ਬਾਲਣ ਨਾਲੋਂ ਆਪਣੇ ਸਰੀਰ ਨੂੰ ਬਹੁਤਾ ਕੀਮਤੀ ਸਮਝਿਆ, ਤਾਂ ਖੂਹ 'ਚ ਗੁਰੂ ਕਾ ਬਾਲਣ ਸੁੱਟ ਦਿੱਤਾ ਹੈ। ਕਹਿਣ ਲੱਗਾ ਨਹੀਂ ਮਹਾਰਾਜ, ਤੁਹਾਡੀ ਸੰਗਤ ਕਰਦਿਆਂ ਕਰਦਿਆਂ ਇੰਨੀ ਕੁ ਤਾਂ ਸਮਝ ਥੋੜ੍ਹੀ ਪੈ ਗਈ ਹੈ, ਪਹਿਲਾਂ ਬਾਲਣ ਬਾਹਰ ਕੱਢੋ। ਮਹਾਰਾਜ ਕਹਿੰਦੇ ਨਹੀਂ ਮੰਝ ਤੂੰ ਪਹਿਲਾਂ ਬਾਹਰ ਆ। ਮਹਾਰਾਜ ਮੇਰੀ ਬੇਨਤੀ ਸੁਣੋ,
ਇਹ ਬਾਲਣ ਥੱਲੇ ਡਿੱਗ ਗਿਆ ਭਿੱਜ ਜਾਵੇਗਾ, ਸੰਗਤਾਂ ਵਾਸਤੇ ਉੱਥੇ ਅੱਗ ਬਾਲਾਂਗੇ, ਲੰਗਰ 'ਚ ਬਲੇਗਾ। ਮਹਾਰਾਜ ਕਹਿੰਦੇ ਠੀਕ ਹੈ। ਪਹਿਲਾਂ ਬਾਲਣ ਬਾਹਰ ਕੱਢਿਆ, ਫਿਰ ਭਾਈ ਮੰਝ ਨੂੰ ਸੰਗਤ ਜੀ ਬਾਹਰ ਕੱਢਿਆ। ਜਦੋਂ ਬਾਹਰ ਕੱਢਿਆ ਤੇ ਮਹਾਰਾਜ ਨੇ ਕੁੱਟ ਕੇ ਅੱਜ ਗੱਲ ਨਾਲ ਲਾ ਲਿਆ। ਬਸ ਗੱਲ ਨਾਲ ਲਾਉਣ ਦੀ ਦੇਰ ਸੀ ਤੇ ਉਸੇ ਸਮੇਂ ਸਾਰੇ ਕਵਾੜ ਖੁੱਲ੍ਹ ਗਏ, ਬ੍ਰਹਮ ਗਿਆਨ ਹੋ ਗਿਆ। ਖੂਹ ਦੇ ਕੋਲੇ ਖਲੋਤਿਆਂ ਹੋਇਆਂ ਫਿਰ ਮਹਾਰਾਜ ਜੀ ਨੇ ਬਚਨ ਕੀਤੇ ਸਨ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਤਿਹਾਸ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਹੋਣਾ ਅੰਕਿਤ ਕੀਤੇ। ਕਹਿਣ ਲੱਗੇ ਉਹ ਮੰਝ ਗੁਰੂ ਨੂੰ ਪਿਆਰਾ ਤੇ ਗੁਰੂ ਨੂੰ ਮੰਝ ਪਿਆਰਾ ਹੋ ਗਿਆ। ਉਹ ਭਾਈ ਮੰਝ ਤੂੰ ਤਾਂ ਜਹਾਜ਼ ਬਣ ਗਿਆ ਹੈ। ਜਹਾਜ਼ ਜਿੱਥੇ ਆਪ ਤਰਦਾ ਨਾ ਸਮੁੰਦਰ ਤੋਂ, ਉਹ ਨਾਲ ਕਈਆਂ ਨੂੰ ਬਿਠਾ ਕੇ ਤਾਰ ਲੈਂਦਾ। ਇੱਦਾਂ ਜਿੱਥੇ ਤੂੰ ਸੇਵਾ ਕਰਕੇ ਤਰਿਆ, ਉੱਥੇ ਤੂੰ ਕਈਆਂ ਨੂੰ ਤਾਰੇਂਗਾ। ਭਾਈ ਮੰਝ ਨੂੰ ਕਿਹਾ, ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਸੀ, ਤੇਰੇ ਤੇ ਬੜੇ ਖੁਸ਼ ਹਾਂ, ਤੇਰੀ ਸੇਵਾ ਪ੍ਰਵਾਨ ਹੋ ਗਈ। ਭਾਈ ਮੰਝ ਜੀ ਕਹਿੰਦੇ ਮਹਾਰਾਜ ਮੈਨੂੰ ਕੁਝ ਨਹੀਂ ਚਾਹੀਦਾ, ਬਸ ਤੁਸੀਂ ਆਪਣੇ ਗੱਲ ਨਾਲ ਲਾ ਲਿਆ, ਇਹਦੋਂ ਵੱਡੀ ਹੋਰ ਕੀ ਚੀਜ਼ ਚਾਹੀਦੀ ਸਿੱਖ ਵਾਸਤੇ। ਬਸ ਜੇ ਦੇਣਾ ਚਾਹੁੰਦੇ ਐ ਤੇ ਫਿਰ ਮਹਾਰਾਜ ਮੈਨੂੰ ਆਹ ਇੱਕ ਦਾਤ ਦਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੀ ਵੀ ਸਿੱਖ ਦੀ ਇੰਨੀ ਪਰਖ ਨਾ ਲਿਆ ਜੇ। ਤੇ ਮਹਾਰਾਜ ਥੋੜ੍ਹਾ ਜਿਹਾ ਲੰਗਰ ਸਿੱਖਾਂ ਨੂੰ ਤਾਂ ਮਾਫ ਕਰ ਦਿਓ। ਸਤਿਗੁਰੂ ਮਹਾਰਾਜ ਜੀ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਠੀਕ ਹੈ ਭਾਈ ਮੰਝ, ਅੱਜ ਤੋਂ ਬਾਅਦ ਇੰਨੀ ਕਿਸੇ ਸਿੱਖ ਦੀ ਪਰਖ ਨਹੀਂ ਲਈ ਜਾਵੇਗੀ। ਤੇ ਜਾਓ, ਜਿਹੜੇ ਗੁਰੂ ਘਰ 'ਚ ਸੇਵਾ ਕਰਨਗੇ ਉਹਨਾਂ ਨੂੰ ਆਹ ਦਾਲ ਫੁਲਕਾ ਮਾਫ ਹੈ। ਕਈ ਸਾਨੂੰ ਪੁੱਛ ਲੈਂਦੇ ਨਾ ਵੀ ਲੰਗਰਾਂ ਵਿੱਚ ਦਾਲ ਅਤੇ ਪ੍ਰਸ਼ਾਦਾ ਕਿਉਂ ਬਣਦਾ। ਇਹ ਭਾਈ ਦਾਲ ਅਤੇ ਪ੍ਰਸ਼ਾਦਾ ਭਾਈ ਮੰਝ ਜੀ ਨੇ ਮਾਫ ਕਰਾਇਆ ਹੈ। ਜਿਹੜੀਆਂ ਹੋਰ ਕੋਈ ਸਬਜ਼ੀਆਂ ਤਰਕਾਰੀਆਂ ਹੈ ਤੜਕੇ ਲਾ ਲਾ ਕੇ ਛਕਣੇ, ਉਹਦਾ ਫਿਰ ਲੇਖਾ ਦੇਣਾ ਪੈਂਦਾ ਹੈ। ਪਰ ਜੇਕਰ ਦਾਲ ਅਤੇ ਪ੍ਰਸ਼ਾਦਾ ਆਪਾਂ ਛਕ ਲੈਂਦੇ ਹੈ, ਉਹਦਾ ਕੋਈ ਬਹੁਤਾ ਲੇਖਾ ਜੋਖਾ ਨਹੀਂ ਦੇਣਾ ਪੈਂਦਾ। ਉਹ ਭੁੱਖੇ ਦਾ ਢਿੱਡ ਭਰਿਆ ਗੁਰੂ ਕਾ ਲੰਗਰ ਇਸੇ ਵਾਸਤੇ। ਪਰ ਅੱਜ ਕੱਲ੍ਹ ਦੇ ਲੰਗਰ ਜਿਹੜੇ ਉਹ ਤਾਂ ਸਵਾਦਾਂ ਬਣ ਗਈਆਂ, ਤਰ੍ਹਾਂ ਤਰ੍ਹਾਂ ਕਰਕੇ ਜਿਹੜੀਆਂ ਚੀਜ਼ਾਂ ਬਣਾਉਂਦੇ, ਠੀਕ ਹੈ। ਪਰ ਦੇਖੋ ਉਹ ਚੀਜ਼ ਬਣਾਓ ਲੰਗਰ ਦੇ ਵਿੱਚ ਵੀ ਜਿਹੜੀ ਆਪਣੇ ਪੇਟ ਦੀ ਭੁੱਖ ਇਕੱਲੀ ਮਿਟੇ। ਸਵਾਦ ਤਾਂ ਹੋਟਲਾਂ 'ਤੇ ਬਾਹਰ ਬਾਜ਼ਾਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਪਈਆਂ ਨੇ, ਉੱਥੇ ਵਾਧੂ ਬੰਦੇ ਸਵਾਦ ਲਾਉਂਦੇ ਹੈ। ਤੋ ਇਹ ਭਾਈ ਮੰਝ ਜੀ ਦਾ ਧੰਨਵਾਦ ਸ਼ੁਕਰਾਨਾ ਕਰੀਏ ਭਾਈ, ਜਿਨ੍ਹਾਂ ਨੇ ਇਹ ਦਾਲ ਫੁਲਕੇ ਦਾ ਸਾਨੂੰ ਮਾਫੀ ਦਵਾ ਦਿੱਤੀ। ਤਾਂ ਹੀ ਲੰਗਰਾਂ ਵਿੱਚ ਅੱਜ ਜਿੱਥੇ ਵੀ ਜਾਓ ਨਾ ਗੁਰੂ ਘਰ ਵਿੱਚ, ਅਤੇ ਉੱਥੇ ਦਾਲ ਬਣਦੀ ਹੈ। ਨਾਲ ਦਾਲ ਬਣਾਉਂਦੇ ਅਤੇ ਨਾਲ ਪ੍ਰਸ਼ਾਦੇ। ਹਾਂ ਹੋਰ ਵੀ ਸਬਜ਼ੀਆਂ ਖੀਰ ਕੜਾਹ ਆਦਿਕ ਵੀ ਬਣਾਉਂਦੇ ਹੈ, ਪਰ ਦਾਲ ਹਰਿਮੰਦਰ ਸਾਹਿਬ ਵੇਖੋ ਦਾਲ ਬਣੀ ਹੁੰਦੀ ਹੈ, ਮਾਹਾਂ ਦੀ ਦਾਲ ਜਾਂ ਹੋਰ। ਇਹ ਦਾਲ ਜਿਹੜੀ ਸੀ ਭਾਈ ਮੰਝ ਜੀ ਨੇ ਫਿਰ ਮਾਫ ਕਰਾਈ। ਮਹਾਰਾਜ ਕਹਿੰਦੇ ਠੀਕ ਹੈ ਭਾਈ, 2 ਪ੍ਰਸ਼ਾਦੇ ਅਤੇ ਆਹ 2 ਕੜਛੀਆਂ ਦਾਲ ਦੀਆਂ ਤੁਹਾਨੂੰ ਮਾਫ ਨੇ। ਇਹਦੋਂ ਵੱਧ ਜਿਹੜਾ ਕੋਈ ਸਵਾਦ ਲਾਵੇਗਾ ਉਹ ਫਿਰ ਲੇਖਾ ਦੇਵੇਗਾ। ਤੋ ਇੱਦਾਂ ਭਾਈ ਮੰਝ ਜੀ ਨੇ ਸੇਵਾ ਕੀਤੀ। ਦੇਖੋ ਕਿੰਨਾ ਮਾਣ ਪਾਇਆ। ਜਿੱਥੇ ਜਿੱਥੇ ਭਾਈ ਮੰਝ ਜੀ ਰਹੇ ਉੱਥੇ ਉੱਥੇ ਅੱਜ ਸੰਗਤ ਜੀ ਗੁਰੂ ਘਰ ਬਣੇ ਹੋਏ ਹਨ। ਤੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਸੇਵਾ ਪ੍ਰਧਾਨ, ਜਿਹੜੇ ਗੁਰੂ ਦੀ ਸੇਵਾ ਕਰਦੇ ਹੈ ਅਸਲ ਵਿੱਚ ਉਹੀ ਪ੍ਰਧਾਨ ਬਣ ਜਾਂਦੇ। ਪ੍ਰਧਾਨ ਦਾ ਅਰਥ ਹੁੰਦਾ ਮੁਖੀ, ਸ਼੍ਰੇਸ਼ਠ। ਆਮ ਲੋਕਾਂ ਨਾਲੋਂ ਉਹ ਉੱਚੇ ਸੁੱਚੇ ਸ਼੍ਰੇਸ਼ਠ ਜੀਵਨ ਵਾਲੇ ਬਣ ਜਾਂਦੇ ਨੇ। ਕਿੰਨਿਆਂ ਕੁ ਦੇ ਨਾਂ ਲਈਏ, ਗੁਰੂ ਘਰ 'ਚ ਤਾਂ ਸੰਗਤ ਜੀ ਸੈਂਕੜੇ ਸੇਵਾਦਾਰ ਹੋਏ ਨੇ। ਅੱਗੇ 11ਵੀਂ ਜਿਹੜੀ ਵਾਰ ਆਏਗੀ ਨਾ ਭਾਈ ਗੁਰਦਾਸ ਜੀ ਦੀ, ਉੱਥੇ ਕੁਝ ਸਿੱਖਾਂ ਦੇ ਨਾਮ ਇੱਥੇ ਦੱਸਣਗੇ ਭਾਈ ਸਾਹਿਬ। ਉੱਥੇ ਦੱਸਦੇ ਨੇ ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ। ਇਹ ਭਾਈ ਗੁਰੂ ਦੀ ਸੇਵਾ ਜੇ ਪ੍ਰਧਾਨ ਹੈ ਅਤੇ ਸੇਵਾ ਕਰਨ ਵਾਲੇ ਵੀ ਸੂਰਮੇ ਹੁੰਦੇ ਨੇ। ਐਵੇਂ ਨਹੀਂ ਕਿਸੇ ਕੋਲੋਂ ਸੇਵਾ ਹੋ ਜਾਂਦੀ ਹੈ। ਅੱਕ ਜਾਂਦਾ ਮਨ ਸੰਗਤ ਦੀ ਗੁਰੂ ਘਰ ਦੇ ਵਿੱਚ ਸੇਵਾ ਕਰਦਿਆਂ ਕਈਆਂ ਦਾ। ਕਹਿੰਦੇ ਕਿੰਨੀ ਕੁ ਸੇਵਾ ਕਰੀਏ ਜੀ, ਮਿਲਿਆ ਕੁਝ ਨਹੀਂ ਹੈ। ਕੁਝ ਨਹੀਂ, ਜਿਹਨੂੰ ਮਿਲਦਾ ਗੁਰੂ ਦੀ ਸੇਵਾ 'ਚੋਂ ਪਾਈ। ਉਹ ਭਾਈ ਮੰਝ ਜੀ ਦੀ ਸਾਖੀ ਸੁਣ ਲਿਆ ਕਰੋ ਅਤੇ ਪਤਾ ਚੱਲੇਗਾ ਵੀ ਹਾਂ ਗੁਰੂ ਦੇ ਸੇਵਾ ਵਿੱਚੋਂ ਮਿਲਦਾ ਕਿਵੇਂ ਹੈ, ਵੀ ਕੀ ਅਸੀਂ ਉੱਦਾਂ ਸੇਵਾ ਕਰਦੇ ਪਏ। ਇੱਥੇ ਤਾਂ ਮਹਾਰਾਜ ਕਹਿੰਦੇ ਹੈ ਇੱਕ ਤਿਲ ਨਹੀਂ ਭੰਨੇ ਕਾਲੇ। ਜੇ ਕਿਸੇ ਨੇ ਗੁਰੂ ਘਰ ਦੇ ਵਿੱਚੋਂ ਭਾਵਨਾ ਦੇ ਨਾਲ ਇੱਕ ਤੀਲਾ ਵੀ ਫੜ ਕੇ ਉੱਥੋਂ ਚੱਕ ਕੇ ਦੂਜੀ ਥਾਂ 'ਤੇ ਰੱਖ ਦਿੱਤਾ, ਮਹਾਰਾਜ ਜੀ ਉਹਦਾ ਵੀ ਫਲ ਦੇ ਦਿੰਦੇ ਆ ਵੀ ਤੂੰ ਇੰਨੀ ਕੁ ਸੇਵਾ ਕੀਤੀ ਜਾ, ਤੈਨੂੰ ਇਹ ਵੀ ਫਲ ਮਿਲੇਗਾ। ਜਿਹੜੇ ਰਾਤ ਦਿਨ ਭਾਈ ਸੇਵਾ ਕਰਨ, ਝਾੜੂ ਫੇਰਨ, ਪੋਚੇ ਲਾਉਣ, ਦਰੀਆਂ ਝਾੜਨ, ਹੋਰ ਤਰ੍ਹਾਂ ਤਰ੍ਹਾਂ ਦੀ ਸੇਵਾ ਕਰਦੇ ਹੈ, ਅਤੇ ਉਹ 'ਤੇ ਫਿਰ ਗੁਰੂ ਸਾਹਿਬ ਜੀ ਦੀ ਖੁਸ਼ੀ ਤਾਂ ਹੁੰਦੀ ਹੋਈ ਹੈ ਨਾ। ਤਾਂ ਕਰਕੇ ਸੇਵਾ ਵਿਅਰਥ ਨਹੀਂ ਜਾਂਦੀ ਹੈ ਮਹਾਰਾਜ ਜੀ ਦੀ ਕੀਤੀ ਹੋਈ, ਇਹ ਆਪਣਾ ਫਲ ਦਿੰਦੀ ਹੈ। ਤੋ ਸੇਵਕ ਸੂਰ, ਹਾਂ ਸੇਵਕ ਨੂੰ ਸੂਰਮੇ ਵਾਂਗ ਬਣਨਾ ਪੈਂਦਾ।
ਡਰਪੋਕ ਕਾਇਰ ਵਾਂਗ ਨਹੀਂ, ਕਿਉਂਕਿ ਜਿਹੜੇ ਡਰਪੋਕ ਹੁੰਦੇ ਹੈ ਉਹ ਮੈਦਾਨੀ ਜੰਗ ਦੇ ਵਿੱਚ ਸਾਹਮਣੇ ਲੜ ਨਹੀਂ ਸਕਦੇ, ਉਹ ਭੱਜ ਜਾਂਦੇ ਪਿੱਠ ਦਿਖਾ ਕੇ। ਜਿਹੜਾ ਗੁਰੂ ਦੀ ਸੇਵਾ ਕਰਨੀ ਭਾਈ, ਸੇਵਾ ਬੜੀ ਸ਼੍ਰੇਸ਼ਟ ਹੈ, ਪਰ ਇਹਦੇ ਵਾਸਤੇ ਯੋਧਾ ਬਣਨਾ ਪੈਂਦਾ, ਐਵੇਂ ਨਹੀਂ ਸੇਵਾ ਹੁੰਦੀ ਹੈ। ਤਾਂ ਇੱਥੇ ਇਹ ਸ਼ਬਦ ਭਾਈ ਗੁਰਦਾਸ ਜੀ ਵਰਤਦੇ, ਪੂਰਨ ਪਰਮ ਨਿਧਾਨ ਸਦ ਭਰਪੂਰ ਹੈ। ਇਹ ਭਾਈ ਜੋ ਪਰਿਪੂਰਨ ਪਰਮੇਸ਼ਰ ਦਾ ਨਾਮ ਜਾਂ ਗਿਆਨ ਦਾ ਜਿਹੜਾ ਖਜ਼ਾਨਾ ਹੈ, ਉਹ ਹਮੇਸ਼ਾ ਹੀ ਭਾਈ ਲਬਾਲਬ ਭਰਿਆ ਹੋਇਆ, ਕਦੀ ਖਾਲੀ ਨਹੀਂ ਹੁੰਦਾ। ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਜਿਹੜਾ ਇਹ ਸਾਧ ਸੰਗਤ ਦਾ ਅਸਥਾਨ ਹੈ, ਇਹ ਭਾਈ ਕਹਿ ਲਓ ਰੱਬੀ ਨੂਰ ਦੇ ਨਾਲ ਜਗਮਗਾ ਰਿਹਾ ਹੈ। ਇੱਥੇ ਰੱਬੀ ਕਿਰਨਾਂ ਵਰਤਦੀਆਂ ਹਨ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਖੁਦ ਪ੍ਰਮਾਤਮਾ ਭਾਈ ਆ ਕੇ ਵਸਦਾ ਹੈ। ਇਹ ਸਾਧ ਸੰਗਤ ਦਾ ਹੀ ਐਸਾ ਥਾਂ ਹੈ ਜਿੱਥੇ ਰੱਬੀ ਨੂਰ ਇੱਥੇ ਪ੍ਰਕਾਸ਼ ਰਿਹਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਰੱਬੀ ਨੂਰ ਹਨ, ਇਹ ਪ੍ਰਕਾਸ਼ ਰਹੇ ਨੇ। ਖੁਦ ਪ੍ਰਮਾਤਮਾ ਆਪ ਸੰਗਤ ਦੀ ਨਿਰਗੁਣ ਸਰੂਪ ਦੇ ਅੰਦਰ ਇੱਥੇ ਵਿਆਪਕ ਹੁੰਦਾ ਹੈ। ਹੋਰ ਬੜੀਆਂ ਪਵਿੱਤਰ ਰੂਹਾਂ, ਸ਼ਹੀਦ ਸਿੰਘ ਗੁਰੂ ਮਹਾਰਾਜ ਜੀ ਦੇ ਆਸੇ ਪਾਸੇ ਗੈਬੀ ਰੂਹਾਂ, ਦੈਵੀ ਰੂਹਾਂ ਬੈਠੀਆਂ ਹੁੰਦੀਆਂ ਹਨ। ਤੋ ਇੱਦਾਂ ਭਾਈ ਇਹ ਜਿਹੜਾ ਅਸਥਾਨ ਹੈ ਨਾ ਸਾਧ ਸੰਗਤ ਦਾ, ਇਹ ਜਗਮਗਾ ਰਿਹਾ ਹੈ ਰੱਬੀ ਨੂਰ ਦੇ ਨਾਲ। ਲੱਖ ਲੱਖ ਸਸੀਅਰ ਭਾਣ ਕਿਰਨ ਠਰੂਰ ਹੈ। ਕਹਿੰਦੇ ਲੱਖਾਂ ਸੂਰਜ ਦੀਆਂ ਕਿਰਨਾਂ, ਲੱਖਾਂ ਚੰਦਰਮਾ ਦੀਆਂ ਕਿਰਨਾਂ ਨੂੰ ਆ ਜਿਹੜੀ ਸਾਧ ਸੰਗਤ ਹੈ ਇਹ ਮਾਤ ਪਾ ਰਹੀ ਹੈ। ਜੋ ਸਾਧ ਸੰਗਤ ਦੇ ਵਿੱਚੋਂ ਗੁਰੂ ਦੀਆਂ ਬਖਸ਼ਿਸ਼ ਦੀਆਂ ਕਿਰਨਾਂ ਮਿਲਣੀਆਂ ਨੇ, ਅਤੇ ਉਹਦੀਆਂ ਕਿਰਨਾਂ ਦਾ ਮੁਕਾਬਲਾ ਨਾ ਚੰਦਰਮਾ ਦੀਆਂ ਕਿਰਨਾਂ ਨਾ ਸੂਰਜ ਦੀਆਂ ਕਿਰਨਾਂ ਕਰ ਸਕਦੀਆਂ ਹਨ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਲੱਖਾਂ ਵੇਦ, ਲੱਖਾਂ ਪੁਰਾਣ, ਕਹਿੰਦੇ ਜੋ ਗੁਰੂ ਮਹਾਰਾਜ ਜੀ ਦੇ ਘਰ ਵਿੱਚ ਕੀਰਤਨ ਹੁੰਦਾ ਹੈ ਨਾ, ਉਹਦੇ ਸਾਹਮਣੇ ਇਹ ਚੂਰਾ ਹੀ ਹੈ। ਭਾਵ ਇਹਨਾਂ ਦਾ ਗਿਆਨ ਤਾਂ ਉੱਥੇ ਚੂਰੇ ਦੇ ਨਿਆਈ ਹੋਈ ਹੈ, ਕੀਰਤਨ ਦੇ ਬਰਾਬਰ ਨਹੀਂ ਪੁੱਜ ਸਕਦਾ ਹੈ। ਭਗਤ ਵਛਲ ਪਰਵਾਨ ਚਰਣਾ ਧੂਰ ਹੈ। ਜਿਹੜਾ ਭਗਤ ਵਛਲ ਹੈ ਪਰਮਾਤਮਾ, ਉਹ ਭਾਈ ਜਿਹੜੇ ਗੁਰੂ ਮਹਾਰਾਜ ਜੀ ਦੇ ਜਾਂ ਗੁਰਸਿੱਖਾਂ ਦੇ ਚਰਨਾਂ ਦੀ ਧੂੜੀ ਬਣ ਕੇ ਰਹਿੰਦੇ ਹੈ, ਉਹ ਭਗਤ ਵਛਲ ਪਰਮਾਤਮਾ ਉਹਨਾਂ ਨੂੰ ਆਪਣੀ ਦਰਗਾਹ 'ਚ ਪ੍ਰਵਾਨ ਕਰ ਲੈਂਦਾ। ਭਾਵ ਜਿਹੜੇ ਸਾਧ ਸੰਗਤ ਦੇ ਵਿੱਚ ਬੜੀ ਨਿਮਰਤਾ ਅਤੇ ਨਿਰਮਾਣਤਾ ਦੇ ਵਿੱਚ ਰਹਿੰਦੇ ਹਨ, ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੀ ਦਰਗਾਹ ਦੇ ਵਿੱਚ ਪ੍ਰਵਾਨ। ਇਹ ਵੀ ਰੱਬ ਦੀ ਦਰਗਾਹ ਹੈ ਸਾਧ ਸੰਗਤ, ਅਤੇ ਉਹ ਉੱਤੇ ਵੀ ਰੱਬ ਦੀ ਦਰਗਾਹ ਹੈ ਇੱਕ। ਜਿਹੜੇ ਇੱਥੇ ਭਾਈ ਨਿਮਰਤਾ ਦੇ ਨਾਲ ਕਮਾਈ ਕਰਦੇ ਹੈ, ਚਰਨਾਂ ਦੀ ਧੂੜ ਹੋ ਕੇ ਰਹਿੰਦੇ ਸੰਗਤ ਦੀ, ਉਹ ਫਿਰ ਰੱਬ ਦੀ ਦਰਗਾਹ 'ਚ ਵੀ ਪ੍ਰਵਾਨ ਹੋ ਜਾਂਦੇ ਹਨ। ਇਹ ਅੱਜ ਦੀ ਪੌੜੀ ਅੰਦਰ ਸਾਧ ਸੰਗਤ ਦੇ ਚਰਨ ਧੂੜੀ ਅਤੇ ਗੁਰੂ ਦੀ ਸੇਵਾ, ਗੁਰੂ ਮੂਰਤੀ ਦਾ ਧਿਆਨ, ਸ਼ਬਦ ਦਾ ਗਿਆਨ, ਇਹ ਭਾਈ ਗੁਰਦਾਸ ਜੀ ਨੇ ਅੱਜ ਦੀ ਪੌੜੀ ਅੰਦਰ ਅੰਕਿਤ ਕੀਤਾ ਹੈ। ਇੱਥੇ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ। ਭਗਤ ਵਛਲ ਪਰਵਾਨ ਚਰਣਾ ਧੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।